ਗੱਲਾਂ ਤੇ ਗੀਤ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਜੀ ਆਇਆਂ ਨੂੰ। ਮੈਂ ਕਮਲਪ੍ਰੀਤ ਕੌਰ। ਹਰ ਰੋਜ਼ ਗੱਲਾਂ ਤੇ ਗੀਤ ਪ੍ਰੋਗਰਾਮ ਔਰ ਇਸ ਖਾਸ ਪ੍ਰੋਗਰਾਮ ਦੇ ਵਿੱਚ ਖਾਸ ਵਿਸ਼ੇ ਹੁੰਦੇ ਨੇ। ਖਾਸ ਦਿਨਾਂ ਨੂੰ ਵੀ ਅਸੀਂ ਵਿਸਾਰਦੇ ਨਹੀਂ, ਭੁੱਲਦੇ ਨਹੀਂ ਤੇ ਅੱਜ ਕਿੰਨਾ ਵਿਸਾਰ ਸਕਦੇ ਹਾਂ। ਅੱਜ ਹੈ ਅੰਤਰਰਾਸ਼ਟਰੀ ਯੋਗ ਦਿਵਸ। 21 ਜੂਨ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਔਰ ਇਸ ਦੀ ਮਹੱਤਤਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਬਹੁਤ ਮਹੱਤਤਾ ਹੈ ਸਾਡੀ ਜ਼ਿੰਦਗੀ ਦੇ ਵਿੱਚ। ਯੋਗ ਦੁਆਰਾ ਜਦੋਂ ਅਸੀਂ ਜ਼ਿੰਦਗੀ ਨੂੰ ਸਜਾਉਂਦੇ ਹਾਂ, ਨਵੇਂ ਰੰਗ ਦਿੰਦੇ ਹਾਂ ਤਾਂ ਸਾਡੀ ਜ਼ਿੰਦਗੀ ਉਮੰਗਾਂ ਦੇ ਨਾਲ ਭਰ ਜਾਂਦੀ ਹੈ। ਤਾਂ ਹੀ ਤਾਂ ਕਿਆ ਹੈ, ਕਰੋ ਯੋਗ ਰਹੋਗੇ ਨਿਰੋਗ। ਸਾਡੀ ਸਿਹਤ, ਸਾਡੀ ਜਿਹੜੀ ਅਸੀਂ ਆਪਣੀ ਕਾਮਨਾ ਕਰਦੇ ਹਾਂ ਕਿ ਅਸੀਂ ਤੰਦਰੁਸਤ ਰਹੀਏ, ਇਸ ਦੇ ਲਈ ਸਾਨੂੰ ਯੋਗ ਕਰਨਾ ਲਾਜ਼ਮੀ ਹੋ ਗਿਆ। 2015 ਤੋਂ ਇਸ ਦੀ ਸ਼ੁਰੂਆਤ ਹੋਈ ਔਰ ਸ਼ੁਰੂਆਤ ਕੀਤੀ ਗਈ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ। ਔਰ ਇਹ ਜਦੋਂ ਬੀੜਾ ਉਠਾਇਆ, ਇਹ ਹੰਭਲਾ ਮਾਰਿਆ ਤਾਂ ਸਿਰਫ ਸਾਡੇ ਭਾਰਤ ਉੱਤੇ ਨਹੀਂ ਅਪਲਾਈ ਹੋਇਆ, ਸਗੋਂ ਕਿ ਦੇਸ਼ਾਂ ਵੱਖ ਨੇ ਇਸ ਨੂੰ ਅਪਣਾ ਲਿਆ। ਅੱਜ ਅੰਤਰਰਾਸ਼ਟਰੀ ਪੱਧਰ ਉੱਤੇ ਇਸ ਨੂੰ ਬਹੁਤ ਵਿਸ਼ੇਸ਼ਤਾ ਦੇ ਨਾਲ ਮਨਾਇਆ ਜਾਂਦਾ ਹੈ। ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਔਰ ਇਸ ਦੀ ਮਹੱਤਤਾ ਨੂੰ ਜਾਣਦਿਆਂ ਹੋਇਆਂ ਜਾਗਰੂਕਤਾ ਵੀ ਫੈਲਾਈ ਜਾਂਦੀ ਹੈ। ਔਰ ਇਹ ਅੱਜ ਦਾ ਖਾਸ ਪ੍ਰੋਗਰਾਮ ਸਿਰਫ ਤੁਹਾਡੇ ਲਈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਯੋਗ ਆਸਣ ਵੀ ਕਰਾਂਗੇ ਔਰ ਸਾਡੇ ਕੋਲ ਯੋਗ ਐਕਸਪਰਟ ਵੀ ਪਹੁੰਚੇ ਹੋਏ ਨੇ, ਜਿਹੜੇ ਸਾਨੂੰ ਦੱਸਣਗੇ ਕਿ ਯੋਗ ਆਸਣਾਂ ਦੇ ਨਾਲ, ਯੋਗ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਨਿਰੋਗੀ ਜਿਹੜੀ ਜ਼ਿੰਦਗੀ ਆ ਉਸ ਨੂੰ ਅਪਣਾ ਸਕਦੇ ਹਾਂ। ਸੋ ਬਿਨਾਂ ਦੇਰੀ ਤੋਂ ਸਾਡੇ ਜਿਹੜੇ ਅੱਜ ਦੇ ਐਕਸਪਰਟ ਨੇ, ਸਾਡੇ ਯੋਗਾ ਐਕਸਪਰਟ ਸ਼੍ਰੀ ਰਜਿੰਦਰ ਸ਼ੰਗਾਰੀ ਜੀ। ਨਿੱਘਾ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿੱਚ। ਭਾਰਤ ਸਵਾਭੀਮਾਨ ਟਰਸਟ ਪੰਜਾਬ ਪ੍ਰਾਂਤ ਦੇ ਪ੍ਰਭਾਰੀ ਨੇ ਔਰ ਬਹੁਤ ਸਾਰੀਆਂ ਗਤੀਵਿਧੀਆਂ ਕਰਦੇ ਨੇ ਯੋਗ ਨੂੰ ਪ੍ਰਫੁੱਲਿਤ ਕਰਨ ਦੇ ਲਈ, ਇਸ ਦੀ ਮਹੱਤਤਾ ਨੂੰ, ਮਹਾਨਤਾ ਨੂੰ ਬਣਾਈ ਰੱਖਣ ਦੇ ਲਈ। ਬਹੁਤ ਉਚੇਚਾ ਕਦਮ ਜਿਹੜਾ ਇਹਨਾਂ ਨੇ ਪੰਜਾਬ ਦੇ ਵਿੱਚ ਚੁੱਕਿਆ ਹੋਇਆ ਹੈ ਔਰ ਇਹਦੇ ਵਿੱਚ ਕਾਮਯਾਬੀਆਂ ਵੀ ਉਹ ਹਾਸਿਲ ਕਰ ਰਹੇ ਨੇ। ਔਰ ਮੇਰੇ ਨਾਲ ਅੱਜ ਜਿਹੜੇ ਸਾਡੇ ਪੂਨਮ ਗੁਲਾਟੀ ਜੀ ਹੋਣਗੇ, ਜਿਹੜੇ ਕਿ ਯੋਗਾ ਡੈਮੋਸਟ੍ਰੇਸ਼ਨ ਨੇ ਔਰ ਸਾਨੂੰ ਯੋਗ ਕਰਕੇ ਦਿਖਾਣਗੇ ਔਰ ਨਾਲ ਦੀ ਨਾਲ ਸਾਨੂੰ ਦੱਸਣਗੇ ਕਿ ਕਿੱਦਾਂ ਅਸੀਂ ਯੋਗ ਕਰ ਸਕਦੇ ਹਾਂ। ਸੋ ਇਹ ਬਹੁਤ ਖੂਬਸੂਰਤੀ ਵਾਲੀ ਗੱਲ ਹੈ, ਕਿਉਂਕਿ ਜਦੋਂ ਯੋਗ ਦੀ ਗੱਲ ਕਰਦੇ ਹਾਂ ਤੇ ਨਾ ਕੀਤਾ ਜਾਵੇ ਫਿਰ ਉਹ ਚੰਗਾ ਵੀ ਨਹੀਂ ਲੱਗਦਾ, ਹੈ ਨਾ। ਸੋ ਇਸ ਕਰਕੇ ਉਸ ਦੇ ਲਾਭ ਸਾਨੂੰ ਵੀ ਹੋਣਗੇ ਤਾਂ ਸਾਨੂੰ ਪਤਾ ਲੱਗੇਗਾ ਅਸੀਂ ਕਿਸ ਤਰ੍ਹਾਂ ਉਹ ਯੋਗ ਨੂੰ ਕਰ ਸਕਦੇ ਹਾਂ, ਆਸਣਾਂ ਨੂੰ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਮੁਬਾਰਕਾਂ ਅੱਜ ਦੇ ਇਸ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ। ਮੈਂ ਦੂਰਦਰਸ਼ਨ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ, ਸਰੋਤਾਵਾਂ ਨੂੰ ਅੱਜ ਦੇ 21 ਜੂਨ ਅੰਤਰਰਾਸ਼ਟਰੀ ਵਿਸ਼ਵ ਦਿਵਸ ਯੋਗ ਦਿਵਸ ਦੇ ਉੱਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਵਾਂ। ਤੁਹਾਨੂੰ ਵੀ। ਔਰ ਕਮਲਪ੍ਰੀਤ ਜੀ ਦਾ ਧੰਨਵਾਦ ਕਰਦਾ ਹਾਂ ਵੀ ਉਹਨਾਂ ਨੇ ਯੋਗ ਨੂੰ ਘਰ ਪਹੁੰਚਾਉਣ ਦਾ, ਦੂਰਦਰਸ਼ਨ ਦੇ ਸਾਰੇ ਪ੍ਰਬੰਧਕ, ਉਹਨਾਂ ਦਾ ਧੰਨਵਾਦ ਕਰਦਾ ਵੀ ਵਿਅਕਤੀ ਤੱਕ ਯੋਗ ਪਹੁੰਚਾਉਣ ਦਾ ਉਹਨਾਂ ਨੇ ਜਿਹੜਾ ਬੀੜਾ ਚੱਕਿਆ, ਇਹ ਬਹੁਤ ਸ਼ਲਾਘਾਯੋਗ ਕਦਮ ਹੈ। ਔਰ ਵਿਅਕਤੀ ਸਵਸਥ ਰਵੇ, ਸਾਡਾ ਭਾਰਤ ਸਵਸਥ ਰਵੇ, ਪੂਰੇ ਵਿਸ਼ਵ ਨੂੰ ਅਸੀਂ ਮਾਰਗਦਰਸ਼ਨ ਦੇਣਾ ਹੈ। ਹਾਂਜੀ। तो साडे यशस्वी प्रधानमंत्री जी ने इस योग नू अपने देश तक, अपने भारत वासियों तक सीमित ना रखदे होया पूरे विश्व च सदा दिता और पूरे विश्व ने इस नू अपनाया। अज लगभग 200 देशों दे विच योग जिहड़ा है वो 21 जून दे दिवस के रूप च मनाया जा रहा है, योग दिवस के रूप च मनाया जा रहा है। इहदे लई भारत वासियों लई बहुत गर्व का विषय है भी सानू पूरे विश्व नू योग की जिहड़ी शिक्षा देने का मौका मिलिया और साडे लिए गर्व का विषय। बिल्कुल, बहुत माण हुंदा है जदों भारत की संस्कृति सारे देशों विदेशों विच जाती है और योग की असीं गल करते हैं। ਭਾਰਤ ਨੂੰ ਤਾਂ ਯੋਗ ਗੁਰੂ ਵੀ ਕਿਹਾ ਜਾਂਦਾ ਹੈ ਨਾ। ਔਰ ਜਿਵੇਂ ਕਿ ਅੱਜ ਸਾਡੇ ਗੱਲਾਂ ਤੇ ਗੀਤ ਦੇ ਵਿੱਚ ਅਸੀਂ ਖਾਸ ਇਸ ਦੇ ਬਾਰੇ ਗੱਲਬਾਤ ਕਰਨੀ ਹੈ ਔਰ ਸਾਡਾ ਇਹ ਹੰਭਲਾ ਵੀ ਹੈ ਕਿ ਹਰ ਵਿਹੜੇ ਯੋਗ ਹੋਵੇ, ਹਰ ਘਰ ਦੇ ਵਿੱਚ ਯੋਗ ਹੋਵੇ। ਔਰ ਸ਼ੁਰੂਆਤ ਦੇ ਵਿੱਚ ਬਹੁਤ ਸਾਰੇ ਅਸੀਂ ਜਦੋਂ ਐਕਸਪਰਟ ਤੋਂ ਸੁਣਦੇ ਹਾਂ ਕਿ ਯੋਗ ਦੀ ਪਰਿਭਾਸ਼ਾ ਕੀ ਹੈ, ਯੋਗ ਦੇ ਅਰਥ ਕੀ ਨੇ, ਇਸ ਦੀ ਮਹੱਤਤਾ ਕੀ ਹੈ, ਪਰ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦੀ ਹਾਂ ਕਿ ਯੋਗ ਦੀ ਕੀ ਪਰਿਭਾਸ਼ਾ ਹੈ ਔਰ ਇਤਿਹਾਸ ਕਿੰਨਾ ਕੁ ਸਾਡਾ ਜਿਹੜਾ ਹੈ ਉਹ ਮਾਣ ਵਾਲਾ ਹੈ। ਬਹੁਤ ਅੱਛਾ ਸਵਾਲ ਹੈ ਜੀ ਕਮਲਪ੍ਰੀਤ ਜੀ। ਯੋਗ ਜਦੋਂ ਤੋਂ ਸ੍ਰਿਸ਼ਟੀ ਬ੍ਰਹਮਾਂਡ ਬਣਿਆ ਹੈ, ਇਹ ਯੋਗ ਦੇ ਨਾਲ ਹੀ ਬ੍ਰਹਮਾਂਡ ਚੱਲ ਰਿਹਾ ਹੈ। ਸਾਰੀ ਸ੍ਰਿਸ਼ਟੀ ਯੋਗ ਦੇ ਨਾਲ ਹੀ ਚੱਲ ਰਹੀ ਹੈ ਜੀ। ਔਰ ਸਰਵਪ੍ਰਥਮ ਪਰਮ ਪਿਤਾ ਪਰਮਾਤਮਾ ਨੇ ਸੂਰਿਆ ਦੇਵ ਨੂੰ ਯੋਗ ਦਾ ਗਿਆਨ ਦਿੱਤਾ। ਫਿਰ ਯੋਗ ਸੂਰਿਆ ਦੇਵ ਤੋਂ ਮਨੂ ਜੀ ਨੂੰ ਗਿਆਨ ਆਇਆ, ਆਦਮ ਮਾਨਵ ਨੂੰ
ਉੱਥੋਂ ਗਿਆਨ ਫਿਰ ਸਾਡੇ ਅੱਗੇ ਰਿਸ਼ੀਆਂ ਮੁਨੀਆਂ ਤੋਂ ਹੁੰਦਾ ਹੋਇਆ ਫਿਰ ਅੱਜ ਸਾਡੇ ਕੋਲ ਘਰ ਘਰ 'ਚ ਇਹ ਯੋਗ ਪਹੁੰਚ ਰਿਹਾ ਹੈ ਜੀ। ਔਰ ਸਵਾਮੀ ਰਾਮਦੇਵ ਜੀ ਨੇ ਵੀ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਜਨ ਜਨ ਤੱਕ ਪਹੁੰਚਾਉਣ 'ਚ। ਫਿਰ ਸਾਡੇ ਯਸ਼ਸਵੀ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਤੇ ਪੂਰਾ ਵਿਸ਼ਵ ਨੂੰ ਹੀ ਯੋਗਮय ਕਰਨ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਹੱਥ ਹੈ। ਤੋ ਮੁਬਾਰਕਬਾਦ ਹੈ ਪੂਰੇ ਭਾਰਤ ਵਾਸੀਆਂ ਨੂੰ ਜੀ। ਔਰ ਪਰਿਭਾਸ਼ਾ ਦੀ ਜਿਵੇਂ ਮੈਂ ਗੱਲ ਕੀਤੀ ਹੈਗੀ ਆ, ਥੋੜੇ ਜਿਹੇ ਅਰਥਾਂ ਦੇ ਵਿੱਚ ਸਾਨੂੰ ਦੱਸਿਆ ਜਾਵੇ ਕਿ ਕੀ ਅਸੀਂ ਇਸ ਦਾ ਅਰਥ ਕੱਢ ਸਕਦੇ। ਯੋਗ ਦਾ ਮਤਲਬ ਹੈ ਜੁੜਨਾ। ਅੱਛਾ। ਅਸੀਂ ਪਹਿਲਾਂ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ, ਬੱਚਿਓ 2 ਔਰ 2 ਦਾ ਯੋਗ ਕੀ ਹੈ, 2 ਔਰ 2 ਦਾ ਯੋਗ 4, 4 ਔਰ 4 ਦਾ ਯੋਗ 8। ਇਸ ਤਰ੍ਹਾਂ ਯੋਗ ਦਾ ਮੀਨਿੰਗ ਹੀ ਜੁੜਨਾ ਹੈ। ਹੁਣ ਗੱਲ ਰਹੀ ਵੀ ਜੁੜਨਾ ਕਿਹਦੇ ਨਾਲ ਹੈ। ਹਾਂ ਉਹੀ। ਹਾਂਜੀ ਠੀਕ ਹੈ ਨਾ ਜੀ। ਤੋ ਅਸੀਂ ਸਭ ਤੋਂ ਪਹਿਲਾਂ ਸਰਵਪ੍ਰਥਮ ਆਪਣੇ ਆਪ ਨਾਲ ਜੁੜਨਾ ਹੈ। ਓਕੇ। ਯੋਗ ਸਾਨੂੰ ਆਪਣੇ ਆਪ ਦੀ ਪਹਿਚਾਣ ਕਰਾਉਂਦਾ ਹੈ ਵੀ ਅਸੀਂ ਕੌਣ ਆ, ਸਾਡੇ ਅੰਦਰ ਕੀ ਖਾਸੀਅਤ ਹੈ, ਕੀ ਕਾਬਲੀਅਤ ਹੈ। ਫਿਰ ਧੀਰੇ ਧੀਰੇ ਯੋਗ ਸਾਡੇ ਸਰੀਰ, ਮਨ, ਬੁੱਧੀ ਔਰ ਆਤਮਾ ਨੂੰ ਚੈਨਲਾਈਜ਼ ਕਰਦਾ ਹੈ। ਠੀਕ ਹੈ। ਤੇ ਅਸੀਂ ਸਾਡਾ ਅਧਿਆਤਮ ਵੀ ਇਹਦੇ ਨਾਲ ਖੁੱਲਦਾ ਔਰ ਸਾਨੂੰ ਗਿਆਨ ਅੰਦਰੋਂ ਹੀ ਸਾਡੇ ਅੰਦਰੋਂ ਗਿਆਨ ਆਉਂਦਾ ਯੋਗ ਦੇ ਨਾਲ ਔਰ ਸਾਨੂੰ ਸਵਾਸਥ ਤੇ ਦਿੰਦਾ ਹੀ ਦਿੰਦਾ ਯੋਗ। ਔਰ ਜਦੋਂ ਅਸੀਂ ਨਾ ਥੀਮ ਦੀ ਗੱਲ ਕਰਦੇ ਆ ਤੇ ਹਰ ਸਾਲ ਮਤਲਬ ਅਸੀਂ ਜਦੋਂ ਅੰਤਰਰਾਸ਼ਟਰੀ ਪੱਧਰ ਉੱਤੇ ਮਨਾਉਂਦੇ ਆ ਤੇ ਥੀਮ ਲੈ ਕੇ ਚੱਲਦੇ ਆ। ਇਸ ਸਾਲ ਦਾ ਕੀ ਥੀਮ ਹੈ? ਇਸ ਸਾਲ ਦਾ ਥੀਮ ਇਹੋ ਹੀ ਹੈ ਵੀ ਅਸੀਂ ਸਵਸਥ ਭਾਰਤ ਦਾ ਨਿਰਮਾਣ ਕਰੀਏ। ਔਰ ਸਵਸਥ ਭਾਰਤ ਕੌਣ ਹੈ? ਅਸੀਂ ਤੁਸੀਂ ਸਾਰੇ ਜੋ ਹੈ ਉਹ ਭਾਰਤ ਹੀ ਹਾਂ। ਆਪਣੇ ਆਪ 'ਚ ਅਸੀਂ ਭਾਰਤੀ ਹਾਂ ਸਾਰੇ। ਤੋ ਸਾਡਾ ਥੀਮ ਇਹੋ ਹੀ ਹੋਣਾ ਚਾਹੀਦਾ ਹੈ ਵੀ ਸਾਡੇ ਪਰਿਵਾਰ ਨਿਰੋਗੀ ਰਹਿਣ ਔਰ ਅਸੀਂ ਸਵਸਥ ਰਹੀਏ, 100 ਸਾਲ ਦਾ ਨਿਰੋਗੀ ਜੀਵਨ ਜੀਏ। ਇਹ ਸੰਕਲਪ ਸਾਨੂੰ ਲੈਣਾ ਚਾਹੀਦਾ ਹੈ ਆਪਣੇ ਜੀਵਨ ਦੇ ਵਿੱਚ। ਔਰ ਮਾਨਵ ਤੋਂ ਮਹਾਮਾਨਵ ਬਣਨਾ, ਯੋਗ ਰਾਹੀਂ ਅਸੀਂ ਮਾਨਵ ਤੋਂ ਮਹਾਮਾਨਵ ਬਣ ਸਕਦੇ ਹਾਂ। ਇਹ ਸਾਨੂੰ ਕੋਸ਼ਿਸ਼ ਰਹਿਣੀ ਚਾਹੀਦੀ ਹੈ। ਅੱਜ ਦਿਨ ਬਹੁਤ ਅੱਛਾ ਹੈ, 21 ਜੂਨ ਵਿਸ਼ਵ ਯੋਗ ਦਿਵਸ, 9ਵਾਂ ਵਿਸ਼ਵ ਯੋਗ ਦਿਵਸ ਹੈ। ਇਹਦੇ ਉੱਤੇ ਆਓ ਸਾਰੇ ਭਾਰਤ ਵਾਸੀ ਅਸੀਂ ਸੰਕਲਪ ਲਈਏ ਵੀ ਅਸੀਂ ਸੁਬਾਹ ਉੱਠ ਕੇ ਪਹਿਲਾਂ ਸਭ ਤੋਂ ਪਹਿਲਾਂ ਦੂਸਰੋਂ ਕੀ ਜੈ ਸੇ ਪਹਿਲੇ ਖੁਦ ਕੀ ਜੈ ਕਰੋ। ਤੋ ਇਸ ਸੰਕਲਪ ਦੇ ਨਾਲ ਅਸੀਂ ਸੁਬਾਹ ਉੱਠ ਕੇ ਯੋਗ ਕਰੀਏ। ਬਿਲਕੁਲ। ਔਰ ਜਦੋਂ ਥੀਮ ਦੀ ਗੱਲ ਕਰਦੇ ਆ ਤਾਂ ਥੀਮ ਜਿਹੜਾ ਹੈਗਾ ਵਾਸੁਦੇਵ ਕੁਟੰਬਮ ਇਹ ਜਿਹੜਾ ਹੈ ਰੱਖਿਆ ਹੋਇਆ ਹੈ। ਔਰ ਇਸ ਦਾ ਮਤਲਬ ਹੀ ਇਹ ਹੈ ਕਿ ਭਾਰਤ ਨੂੰ ਅਸੀਂ ਸਵਸਥ ਬਣਾਉਣਾ ਹੈ। ਭਾਰਤ ਦੇ ਹਰ ਨਾਗਰਿਕ ਜਿਹੜਾ ਹੈ ਉਹ ਯੋਗ ਕਰੇ, ਯੋਗ ਦੇ ਨਾਲ ਆਪਣੀ ਸਰੀਰਕ ਦੀ ਜਿਹੜੀ ਤੰਦਰੁਸਤੀ ਹੈ ਉਹ ਬਣਾਈ ਰੱਖੇ। ਹੁਣ ਗੱਲ ਕਰਦੇ ਹਾਂ ਮਹੱਤਤਾ ਦੀ। ਯੋਗ ਦਿਵਸ ਦੀ ਮਹੱਤਤਾ 21 ਜੂਨ ਰੱਖਿਆ ਗਿਆ ਦਿਨ ਹੈ ਨਾ। ਔਰ 21 ਜੂਨ ਨੂੰ ਅਸੀਂ ਕਹਿੰਦੇ ਕਿ ਸਾਡੇ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ, ਵੱਡਾ ਦਿਨ ਹੁੰਦਾ ਹੈ। ਔਰ ਇਸ ਦਿਨ ਦੀ ਮਹੱਤਤਾ ਵੀ ਇਹ ਹੈ ਕਿ ਅੱਜ ਦੇ ਦਿਨ ਯੋਗ ਜਿੰਨਾ ਹੋ ਸਕੇ ਅਸੀਂ ਕਰੀਏ ਹੈ ਨਾ। ਸੋ ਇਹਦੀ ਮਹੱਤਤਾ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਨਾਲ ਦੀ ਨਾਲ ਇਹ ਵੀ ਦੱਸਿਆ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਯੋਗ ਦੀ ਕਿੰਨੀ ਕੁ ਮਹੱਤਤਾ ਬਣ ਗਈ ਹੈ। ਬਹੁਤ ਅੱਛੀ ਗੱਲ ਹੈ। ਅੱਜ ਪਹਿਲੀ ਤੇ ਗੱਲ ਹੈ ਵੀ ਯੋਗ ਜਿਹੜਾ 21 ਜੂਨ ਕਿਉਂ ਚੁਣਿਆ ਗਿਆ, ਇਹ ਪ੍ਰਕਾਸ਼ ਦਾ ਦਿਨ ਹੈ ਕਿਉਂਕਿ ਅੱਜ ਸਭ ਤੋਂ ਵੱਡਾ ਦਿਨ ਹੈ ਔਰ ਸੂਰਜ ਦੇਵ ਚਾਰੋਂ ਤਰਫ ਪ੍ਰਕਾਸ਼ ਫੈਲਿਆ ਦਾ। ਤੋ ਇਸ ਕਰਕੇ ਇਸ ਦਿਨ ਨੂੰ ਚੁਣਿਆ ਗਿਆ ਵੀ 21 ਜੂਨ ਨੂੰ, ਕਿਉਂਕਿ ਪ੍ਰਕਾਸ਼ ਦਾ ਗਿਆਨ ਦਾ ਦਿਵਸ ਹੈ। ਤੋ ਸਾਡੇ ਅੰਦਰ ਵੀ ਭੀਤਰ ਵੀ ਗਿਆਨ ਹੋਵੇ, ਪ੍ਰਕਾਸ਼ ਫੈਲੇ। ਔਰ ਯੋਗ ਅੱਜ 21 ਜੂਨ ਨੂੰ ਹੀ ਨਾ ਕਰਕੇ ਇਹਨੂੰ ਪੂਰਾ ਅਸੀਂ ਆਪਣੇ ਜੀਵਨ 'ਚ ਉਤਾਰੀਏ ਔਰ ਰੋਜ਼ਾਨਾ ਯੋਗ ਕਰੀਏ। ਜਿਸ ਤਰ੍ਹਾਂ ਅਸੀਂ 3 ਟਾਈਮ ਭੋਜਨ ਕਰੀਦਾ ਹੈ, ਸਾਰਾ ਦਿਨ ਅਸੀਂ ਖਾਈ ਪੀਦਾ, ਔਰ ਇਹ ਸਭ ਤੋਂ ਜ਼ਰੂਰੀ ਹੈ ਵੀ ਸਾਡੀ ਸ਼ੁਰੂਆਤ ਯੋਗ ਦੇ ਨਾਲ ਹੋਵੇ। ਠੀਕ ਹੈ। ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜੇ ਕਿ ਕਹਿੰਦੇ ਆ ਨਾ ਕਿ ਜਿਹੜੇ ਬੇਸਿਕਸ ਜਿਹੜੇ ਸਵਾਲ ਹੈਗੇ ਆ ਉਹ ਲਾਜ਼ਮੀ ਹੋ ਜਾਂਦੇ ਨੇ ਹੈ ਨਾ। ਤੇ ਜਿਵੇਂ ਤੁਸੀਂ ਸ਼ੁਰੂਆਤ ਦੀ ਗੱਲ ਕੀਤੀ ਤਾਂ ਮੇਰਾ ਵੀ ਮਨ ਕਰਦਾ ਹੈ ਕਿ ਹੁਣ ਅਸੀਂ ਯੋਗ ਆਸਨਾਂ ਦੀ ਸ਼ੁਰੂਆਤ ਜਿਹੜੀ ਹੈਗੀ ਉਹ ਕਰ ਦਈਏ। ਪੂਨਮ ਗੁਲਾਟੀ ਜੀ ਸਾਡੇ ਨਾਲ ਨੇ ਜਿਹੜੇ ਕਿ ਯੋਗ ਆਸਨ ਕਰਕੇ ਦਿਖਾਣਗੇ। ਔਰ ਰਜਿੰਦਰ ਸ਼ੰਗਾਰੀ ਜੀ, ਮਤਲਬ ਕਿਹੜੇ ਯੋਗ ਆਸਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਸੁਖਾਵੀਂ ਬਣਾ ਸਕਦੇ ਹਾਂ ਸ਼ੁਰੂਆਤੀ ਦੇ ਵਿੱਚ? ਬਹੁਤ ਅੱਛਾ ਜੀ। ਵੈਸੇ ਤੇ ਪੂਰਨ ਯੋਗ ਜੋ ਹੈ ਅਸ਼ਟਾਂਗ ਯੋਗ ਕਹਿਲਾਂਦਾ ਵੈ ਜੀ। ਜਿਸ ਤਰ੍ਹਾਂ ਜਿਹਦੇ ਵਿੱਚ ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਹਾਰ, ਧਾਰਨਾ, ਧਿਆਨ, ਸਮਾਧੀ, ਇਹ 8 ਅੰਗ ਨੇ ਯੋਗ ਦੇ। ਇਹਦੇ ਵਿੱਚ ਵੀ ਅੱਗੇ ਵਿਰਤਾਂਤ ਹੈ। ਤੋ ਅਸੀਂ ਬਾਕੀ ਸਰੀਰ ਦੇ ਕੁਝ ਬਾਹਰੀ ਭਾਗ ਹੈ, ਕੁਝ ਅੰਦਰਲੇ ਭਾਗ ਹੈ। ਠੀਕ ਹੈ। ਤੋ ਕੁਝ ਆਸਨਾਂ ਦੇ ਨਾਲ ਅਸੀਂ ਬਾਹਰ ਦੇ ਪੋਸਚਰ ਨੂੰ, ਆਪਣੇ ਸਕਲਟਨ ਨੂੰ ਠੀਕ ਰੱਖ ਸਕਦੇ ਹਾਂ। ਠੀਕ ਹੈ। ਔਰ ਕੁਝ ਪ੍ਰਾਣਾਯਾਮ ਹੈ ਜਿਹਦੇ ਨਾਲ ਅਸੀਂ ਆਪਣੇ ਭੀਤਰੀ ਆਰਗਨਸ, ਲੀਵਰ, ਕਿਡਨੀ, ਪ੍ਰੋਸਟੇਟ ਗਲੈਂਡ, ਪੈਨਕ੍ਰੀਆ, ਯੂਟਰਸ, ਛੋਟੀ ਆਂਤ, ਬੜੀ ਆਂਤ, ਸਾਡਾ ਬ੍ਰੇਨ, ਹਾਰਟ, ਇਹਨਾਂ ਚੀਜ਼ਾਂ ਨੂੰ, ਮੈਮਰੀ, ਇਹਨਾਂ ਚੀਜ਼ਾਂ ਨੂੰ ਅਸੀਂ ਪ੍ਰਾਣਾਯਾਮ ਨਾਲ ਕੰਟਰੋਲ ਕਰ ਸਕਦੇ ਹਾਂ, ਠੀਕ ਕਰ ਸਕਦੇ ਹਾਂ।
ਠੀਕ ਹੈ। ਔਰ ਜਿਹੜੇ ਆਸਨ ਹੈ ਉਹਦੇ ਨਾਲ ਅਸੀਂ ਬਾਹਰ ਦੇ ਆਪਣੇ ਕਮਰ ਦਰਦ ਹੋ ਗਿਆ, ਘੁਟਨਿਆਂ ਦੀ ਪ੍ਰੋਬਲਮ ਅੱਜ ਕੱਲ ਬਹੁਤ ਹੈ, ਔਰ ਮਾਈਗ੍ਰੇਨ ਬਹੁਤ ਹੈ, ਸਰਵਾਈਕਲ ਬਹੁਤ ਹੈ, ਕੰਧੇ ਫਰੋਜ਼ਨ ਦੀ ਪ੍ਰੋਬਲਮ ਹੈ। ਤੋ ਇਸ ਤਰ੍ਹਾਂ ਦੇ ਪ੍ਰੋਬਲਮਸ ਨੂੰ ਅਸੀਂ ਘਰ ਬਹਿ ਕੇ ਔਰ ਯੋਗ ਦੇ ਵਿੱਚ ਰਾਹੀਂ ਅਸੀਂ ਠੀਕ ਕਰ ਸਕਦੇ ਹਾਂ, ਆਸਨਾਂ ਰਾਹੀਂ ਠੀਕ ਕਰ ਸਕਦੇ ਹਾਂ। ਠੀਕ ਹੈ। ਤੇ ਪੂਨਮ ਜੀ ਹੁਣ ਪਹਿਲਾਂ ਕਿਹੜਾ ਆਸਨ ਸਾਨੂੰ ਕਰਕੇ ਦਿਖਾਣਗੇ? ਪੂਨਮ ਜੀ, ਸਭ ਤੋਂ ਪਹਿਲਾਂ ਅਸੀਂ ਸਭ ਨੂੰ ਇਹ ਕਵਾਂਗੇ ਵੀ ਆਪਣੇ ਇੱਕ ਅੱਛੇ ਸਰੀਰ ਲਈ ਖੜੇ ਹੋ ਕੇ ਜੋਗਿੰਗ ਦੇ ਨਾਲ ਅਸੀਂ ਆਪਣਾ ਸਰੀਰ, ਤਾਂ ਕਿ ਵਾਰਮ ਅਪ, ਜਿਸ ਤਰ੍ਹਾਂ ਕੋਈ ਵੀ ਪਲੇਅਰ ਕੋਈ ਗੇਮ ਖੇਲਣ ਤੋਂ ਪਹਿਲਾਂ ਵਾਰਮ ਅਪ ਕਰਦਾ ਆਪਣੇ ਸਰੀਰ ਨੂੰ, ਠੀਕ ਹੈ, ਉਸੇ ਤਰੀਕੇ ਨਾਲ ਪੂਨਮ ਜੀ ਸਭ ਤੋਂ ਪਹਿਲਾਂ ਜੋਗਿੰਗ ਸਵਾਸਾਂ ਦੇ ਨਾਲ ਲੰਬੇ ਸਵਾਸ ਲੈਣਾ, ਸਵਾਸਾਂ ਨੂੰ ਨਾਲ ਰਲਾ ਕੇ ਚਿਹਰੇ ਤੇ ਮੁਸਕਰਾਹਟ ਰਹੇ, ਆਪਣੀ ਸਮਰਥ ਦੇ ਮੁਤਾਬਕ ਹੁਣ ਅਸੀਂ ਕਮਰ ਤੇ ਹੱਥ ਰੱਖ ਕੇ ਘੁਟਨੇ ਨੂੰ ਆਪਣੀ ਛਾਤੀ ਵੱਲ ਲਿਜਾ ਸਕਦੇ ਹਾਂ ਉਛਲਦੇ ਹੋਏ। ਤੋ ਇਹ ਜੋਗਿੰਗ ਦੇ 12 ਪੋਜ਼ ਬਹੁਤ ਅੱਛੇ ਪੋਜ਼ ਨੇ ਜਿਨ੍ਹਾਂ ਨਾਲ ਅਸੀਂ ਆਪਣਾ weight ਕੰਟਰੋਲ ਵੀ ਕਰ ਸਕਦੇ ਹਾਂ, ਠੀਕ ਹੈ, ਆਪਣੇ ਸਰੀਰ ਨੂੰ ਬਿਲਕੁਲ ਸਵਸਥ ਰੱਖ ਸਕਦੇ ਹਾਂ। ਠੀਕ ਹੈ। ਹੁਣ ਅਸੀਂ ਘੁਟਨਾ ਚਾਲਨ ਵੀ ਇਹਦੇ ਚ, ਘੁਟਨੇ ਸਵਸਥ ਰਹਿਣ तो घुटना चालन असी सामने हाथ करके तो नीचे थोड़ा झुकना, स्ट्रेट जाना, जिहदे च घुटने हल्के हल्के बैंड होणगे, श्वास छोड़दियां नीचे जाना और श्वास भरदियां ऊपर आना। तो इस नूं असी 2-4 बारी रिपीट अपनी समर्थ मुताबिक रिपीट कर सकते हैं। फिर इहदे विच शरीरिक कुछ होर एक्सरसाइज हैं जिहदे च असी वीरभद्र आसन कमर दे उत्ते हाथ रख के घूम जाने आ, अगली घुटने नूं बेंड करके पिछली लत्त सीधी रख के ते पिछे नूं झुकना, उपर नूं देखना, श्वास भर के फिर असी साइड बदल के वापस आके साइड बदलनी, श्वास भर के पिछे जाना, अगला घुटना बेंड, पिछली लत्त सीधी रहे। ठीक है। इस पोज लई साडा मेरुदंड मजबूत हुंदा है, ब्लड सर्कुलेशन अच्छा हुंदा है, साडियां मांसपेशियां मजबूत हुंदियां। ठीक है। इस तो इलावा इस दे अगे असी त्रिकोण आसन भी कर सकते हैं। ठीक है। अपनी कमर दा मास घटाण लई एक हाथ उपर नूं ले जाना, श्वास भरदियां फिर छड्डदियां धीरे धीरे जी नीचे, फिर बदल, इसी तरह असी श्वास भरदे बाजू उपर, फिर श्वास छड्डदियां धीरे धीरे एक हाथ नीचे लैके जाना और इस तरह उपर वाले हाथ नूं देखना। असी अच्छा जी, जो भी असी करना है श्वासां दे नाल करना है और उन्ना करना है जिहड़ा सानू सुख सुहावे अपने बॉडी दे हिसाब दे नाल, अपनी अवस्था दे हिसाब नाल। ठीक है। असी अपने शरीर नाल शुरू च जबरदस्ती नहीं करनी। ओके ठीक है। ਇਹ ਸ਼ੁਰੂਆਤੀ ਦੇ ਸਾਡੇ ਆਸਨ ਸੀ, ਮਤਲਬ ਜਿੱਦਾਂ ਅਸੀਂ ਕਹਿੰਦੇ ਨਾ ਕਿ ਇੱਕ ਅਸੀਂ ਗਰਾਊਂਡ 'ਚ ਜਾਣਾ ਹੋਵੇ ਆਪਣੇ ਆਪ ਨੂੰ ਵਾਰਮ ਅਪ ਕਰਦੇ ਹੈਗੇ ਆ, ਤੇ ਇਸੇ ਤਰ੍ਹਾਂ ਹੀ ਇਹ ਜਿਹੜੇ ਛੋਟੇ ਛੋਟੇ ਆਸਨ ਹੈ ਸਾਡੀ ਸਰੀਰ ਦੇ ਵਿੱਚ ਲਚਕਤਾ ਲੈ ਕੇ ਆਉਂਦੇ ਨੇ, ਹਨਾ। ਜਿਵੇਂ ਕਿ ਆਸਨ ਕਰਦੇ ਸਮੇਂ ਬਹੁਤ ਸਾਰੀਆਂ ਸਾਵਧਾਨੀਆਂ ਵੀ ਸਾਨੂੰ ਵਰਤਣੀਆਂ ਪੈਂਦੀਆਂ ਨੇ, ਬਹੁਤ ਸਾਰੇ ਸਾਨੂੰ ਜਿਹੜੇ ਹੈਗੇ ਉਹ ਧਿਆਨ ਵੀ ਰੱਖਣਾ ਪੈਂਦਾ ਹੈਗਾ। ਕਈ ਵਾਰ ਅਸੀਂ ਦੇਖੋ ਦੇਖੀ ਵੀ ਕਰ ਲੈਂਦੇ ਹੈਗੇ ਆ, ਸੋ ਉਹਨਾਂ ਦੇ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਪਏਗਾ? ਬਿਲਕੁਲ, ਇਹਦੇ 'ਚ ਕੁਝ ਯੋਗ ਕਰਨ ਤੋਂ ਪਹਿਲਾਂ ਕੁਝ ਪ੍ਰੀਕਾਸ਼ਨਸ ਸਾਨੂੰ ਲੈ ਲੈਣੇ ਚਾਹੀਦੇ ਆ। ਇੱਕ ਤੇ ਖਾਣਾ ਜਦੋਂ ਸਾਡਾ ਪੇਟ ਖਾਲੀ ਹੋਵੇ, ਹਾਂਜੀ, ਸਾਨੂੰ ਐਕਸਰਸਾਈਜ਼ ਵਾਲੇ ਜਾਂ ਕਠਿਨ ਆਸਨ ਜੋ ਹੈ ਉਹ ਖਾਲੀ ਪੇਟ ਕਰਨੇ ਚਾਹੀਦੇ ਆ। ਠੀਕ ਹੈ। ਔਰ ਤਾਜ਼ੀ ਹਵਾ ਦੇ ਵਿੱਚ ਸੁਬਹ ਵੇਲੇ ਕੀਤਾ ਜਾਏ ਤਾਂ ਲਾਭ ਜ਼ਿਆਦਾ ਹੈ। ਐਸਾ ਨਹੀਂ ਹੈ ਵੀ ਸੁਬਹ ਹੀ ਕਿਸੇ ਕੋਲ ਸੁਬਹ ਨਹੀਂ ਟਾਈਮ ਤੇ ਉਹ ਦੁਪਹਿਰ ਨੂੰ ਜਾਂ ਸ਼ਾਮ ਨੂੰ ਨਹੀਂ ਕਰ ਸਕਦਾ, ਹਾਂਜੀ, ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਖਾਲੀ ਪੇਟ ਕੀਤੇ ਜਾਣ। ठीक है। और साडे वस्त्र भी जिहड़े आ लूज होण, योग मुताबिक होण, साडा आसन अच्छा होवे और आस-पास साडे स्वच्छ वातावरण होवे। ठीक है। कई बार हुंदा है कि घर अजकल दे समय दे विच असीं देखदे आ जिद्दां फ्लैट रूप ਦੇ ਵਿੱਚ ਆ ਗਏ ਨੇ, ਹੈ ਨਾ। ਸਾਡੇ ਕੋਲ ਖੁੱਲਾ ਮੈਦਾਨ ਨਹੀਂ ਮਿਲਦਾ, ਸਾਨੂੰ ਖੁੱਲੀ ਜਗ੍ਹਾ ਨਹੀਂ ਮਿਲਦੀ, ਤੇ ਉਸ ਦੇ ਵਿੱਚ ਅਸੀਂ ਕੀ ਘਰਾਂ ਦੇ ਅੰਦਰ ਬੈਠ ਕੇ ਕਰ ਸਕਦੇ ਹਾਂ ਆਪਣੇ? ਬਹੁਤ ਅੱਛਾ ਸਵਾਲ ਹੈ ਕਮਲਪ੍ਰੀਤ ਜੀ। अगर कहते ने समथिंग इज बैटर दैन नथिंग,
कुछ ना हो नालों कुछ कुछ अच्छा तो कर लो कुछ करके अच्छा, ठीक है सही जी। है। तो अगर ਸਾਡੇ ਕੋਲ ਕੋਈ ਬਾਹਰ ਜਾਣ ਦੀ ਉਪਲਬਧਤਾ ਨਹੀਂ ਹੈ ਤੇ ਅਸੀਂ ਆਪਣੇ ਘਰ ਬੈਠੇ ਖਿੜਕੀਆਂ ਖੋਲ ਲਈਏ। अच्छा जी। ਘਰ ਬੈਠੇ ਸਰਦੀਆਂ 'ਚ ਤੇ ਵੈਸੇ ਅੰਦਰ ਸ਼ੈਲਟਰ ਦੇ ਅੰਦਰ ਹੀ ਕਰਨਾ ਚਾਹੀਦਾ ਹੈ। अच्छा जी। ਔਰ ਗਰਮੀਆਂ 'ਚ ਤਾਜੀ ਹਵਾ, ਜਿੱਥੇ ਤੁਹਾਨੂੰ ਤਾਜੀ ਹਵਾ ਮਿਲ ਸਕੇ ਉੱਥੇ ਕਰਨਾ ਚਾਹੀਦਾ ਹੈ। ठीक ਵੈਸੇ ਅਗਰ ਪਾਰਕ 'ਚ ਜਾ ਕੇ ਕਰੀਏ ਜਾਂ ਖੁੱਲੀ ਜਗ੍ਹਾ ਜਾ ਕੇ ਕਰੀਏ ਔਰ योग जिथे हो रहा उत्थे करिए तो लाभ ज्यादा मिलता है, क्योंकि माहौल ऐसा बन जाता है। तो देखी देखी पॉजिटिव रेज आंदी हैं तो ज्यादा बेनीफिट मिलता है। ठीक है सर, जिवें अजकल असीं देखते हैं ना कि असीं निक्की निक्की गल दा बहुत स्ट्रैस लैण लग पए जी। स्ट्रैस अगे प्रोसैस दे विच जाके बहुत ज़्यादा जो असीं स्ट्रैस लै लैंदे हां, वो डिप्रैशन दा रूप धारण कर लैंदा है। डिप्रैशन इन्ना क ज़्यादा हो जाता है कि फिर वो बंदा जिहड़ा हैगा वो मैंटली अपने आप नूं हैल्थी नहीं समझता है ना, दवाइयां लेना शुरू कर दिंदा है। क्यों ना आपां पहली स्टेज तो ही पकड़ लईए ताकि उस इंसान दी मानसिकता जिहड़ी हैगी आ वो बीमारी ना हो सके उहनूं। सो स्ट्रैस लाइफ जिहड़ी हैगी आ उहनूं आपां घट करन दे लई किहड़े इदां दे योग आसन हैगे ने साडे कोल कि हर वर्ग दा, चाहे वो बच्चा होवे, वड्डा होवे, जवान होवे, बजुर्ग होवे, वो सारे जाने जिहड़े वो कर सकण ते उतों लाभ लै सकण। बहुत अच्छा सवाल है कमलप्रीत जी, क्योंकि योग एक समुंदर दी भांति है। योग नूं जानना, बहुत गहराई च जाके जानना और करना, ये व्यक्ति लिए बहुत लाभदायक है। और जदों असी योग करते हैं साडा आटोमैटिकली मन दे अंदर पॉजिटिविटी आती है, तो स्पैशली जिहड़े प्राणायाम है वो साडे मैंटल लैवल नूं, मैंटल हैल्थ नूं बहुत प्रभावित करते हैं। जिस तरह असी लंबे साह लैने आ, लंबे छड्डदे आ, भस्त्रिका प्राणायाम, और इनू असी शुरू च स्लो करते हैं। 5 सैकंड 2.5 सैकंड श्वास भरना, 2.5 सैकंड छड्डना, धीरे धीरे इहदा टाइमिंग भी बढ़ा सकते हैं। और 5 मिनट तो शुरू करके धीरे धीरे असी 10 मिनट 15 मिनट भी वधा सकते हैं। फिर कपालभाति है, जिस तरह असी मुद्रा च बैठ के, और इनू असी सोफे ते बैठ के, कुर्सी ते बैठ के, बैड ते लेटे लेटे भी प्राणायाम कर सकते हैं। क्या बात है। मैं कहनी सोने ते सुहागे वाली गल है कि किथे भी होइए असी ये जिहड़े आसन कर सकते हैं, पर साडे कोल पूनम जी मौजूद ने, आपां उन्हां कोल करवा के भी देख लैंदे आ कि किद्दां असी जिहड़े ये आसन आ कर सकते हैं। तो सब तो पहला सर्वप्रथम मैं पूनम जी नूं कहांगा कि भस्त्रिका प्राणायाम असी किधरे भी बैठे हैं कर सकते हैं। कमरे च बैठिए, हवाई जहाज च बैठे हैं, ट्रेन च बैठे हैं, बस च बैठे हैं, प्लेटफार्म ते बैठे हैं, तो लंबे श्वास लेने, लंबे श्वास छड्डने, अपने फेफड़ियां नूं फैलाना। ध्यान मुद्रा च असी बैठ सकते हैं, वायु मुद्रा च असी बैठ सकते हैं। यह मुद्रा साडी वायु मुद्रा है। फिर असी वरुण मुद्रा च, जिन्हां नूं पेशाब दे रोग होण, वरुण मुद्रा च बैठ सकते हैं। अंगूठे नूं चीची दे नाल जोड़ लेना, छोटी उंगली दे नाल अंगूठे नूं लगा के इस मुद्रा च बैठ सकते हैं। और अगर मोटापा है तो असी जिहड़ी रिंग फिंगर है उन्होंने अंगूठे की जड़ च लगा के, तो ये भूमि मुद्रा, ये भी लगा सकते हैं। साडा मोटापा कंट्रोल हुंदा। साह अंदर ते साह बाहर, ਇਹਦੇ ਚ भस्त्रिका च लंबे साह भरने और लंबे छड्डने, रोकना नहीं, श्वास रोकना नहीं है। और जिन्हां नूं हार्ट हाई बीपी की प्रॉब्लम है वो धीरे धीरे लैन, धीरे धीरे छड्डन। ठीक है। और जिहड़े स्वस्थ ने और ज्यादा स्वस्थ होना चाहते हैं, अपनी कैपेबिलिटी नूं बढ़ाना चाहते हैं, वो तेज श्वास भी लै सकते हैं। और मैं पूनम गुलाटी जी नूं कहांगा जरा फास्टली श्वास लैके भी दसन, बहुत अच्छा। तो यदी लिमिट असी धीरे धीरे बढ़ा सकते हैं। लेकिन जिन्होंने हाई बीपी रहिंदा या हार्ट की समस्या है, उन्होंने मैं यो ही निवेदन करांगा भी वो हौली हौली साह लैन ते हौली हौली छड्डन, और नाल ये सोचन भी मेरा बीपी ठीक हो रहा है, मेरा हार्ट ठीक हो रहा है। अच्छा जी, मतलब पॉजिटिव चीज़ां असी सोचणियां ने जदों भी योग करते होइए, है ना। चंगा चंगा सोचिए, चंगे चंगे अंदर विचार आउण साडे, है ना। ते ये सर कितनी देर तक करना चाहिए है सानू योग आसन? जी, ਇਹਦੇ ਚ देखो जी अपनी कैपेसिटी है। तुसी 5 मिनट तो शुरू किया, तुसी 2 मिनट तो शुरू किया, तुहाडी अवस्था की है, तुहाडी उम्र की है। युवा जिहड़े आ वो आधा घंटा इनू करके पसीने काढ़ देन। अच्छा, हाँ जी। तो ਇਹਦੇ ਚ अंदर पूरी गर्मी पैदा कर देनी, तो ਉਹਦੇ ਨਾਲ ਸਾਡੇ रोग नष्ट होणगे। साडा माइंड भी अच्छा होएगा, साडा डिप्रैशन भी ठीक होएगा, क्योंकि ब्लड सर्कुलेशन जदों साडे माइंड च पहुंचेगा, साडे माइंड दे सैल्लां नूं ऑक्सीजन मिलेगी रक्त दे विच जिहड़ी मिक्स होई है, और ਉਹਦੇ ਨਾਲ ਸਾਡਾ माइंड खुलेगा और साडा डिप्रैशन एंग्जाइटी दूर होणगे। बिल्कुल, साडी कार्य क्षमता भी बहुत बढ़ जाएगी।
ਬਹੁਤ ਲਾਭ ਨੇ ਯੋਗ ਦੇ। ਔਰ ਦੇਖੋ ਇੱਕ ਬੈਠ ਕੇ ਜਾਂ ਅਸੀਂ ਚੇਅਰ ਤੇ ਬੈਠ ਕੇ ਆਪਣੀ ਮੁਦਰਾ ਬਣਾ ਲਈਏ ਔਰ ਲੰਬੇ ਲੰਬੇ ਸਾਹ ਭਰੀਏ, ਲੰਬੇ ਲੰਬੇ ਛੱਡੀਏ ਔਰ ਚੰਗਾ ਚੰਗਾ ਸੋਚੀਏ, ਕਿੰਨਾ ਵਧੀਆ ਲੱਗਦਾ ਹੈ ਨਾ ਉਹ ਸਮਾਂ। ਸਾਨੂੰ ਲੱਗਦਾ ਕਿ ਸਾਰੇ ਦਿਨ ਦੇ ਵਿੱਚ ਅਸੀਂ ਬਹੁਤ ਕੁਝ ਅੱਜ ਚੰਗਾ ਕਰ ਲਿਆ, ਇਹ ਅਸੀਂ 5-10 ਮਿੰਟ ਯੋਗ ਦੇ ਲਈ ਕੱਢ ਲੈਂਦੇ ਆ। ਇਹ ਤਾਂ ਸੀ ਸਾਰਿਆਂ ਦੀ ਗੱਲ ਹੈ ਨਾ, ਕਿ ਸਾਰਿਆਂ ਨੂੰ ਸਟ੍ਰੈਸ ਬਹੁਤ ਰਹਿੰਦਾ ਹੈ, ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ। ਪਰ ਮੈਂ ਹੁਣ ਆਪਣੇ ਸਵਾਲਾਂ ਦੇ ਵਿੱਚ ਨਾ ਕੁਝ ਉਮਰ ਦੇ ਵਰਗਾਂ ਨੂੰ ਵੰਡ ਲਵਾਂਗੀ, ਵਰਗੀਕਰਨ ਕਰ ਲਾਂਗੀ। ਸਭ ਤੋਂ ਪਹਿਲਾਂ ਬੱਚਿਆਂ ਦੀ ਅਸੀਂ ਗੱਲ ਕਰਾਂਗੇ ਹੈ ਨਾ। ਇਸ ਅਵਸਥਾ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਬੱਚੇ ਜਿਹੜੇ ਨੇ ਉਹਨਾਂ ਦਾ, ਅਸੀਂ ਆਪਣੇ ਸਮੇਂ ਦੇ ਵਿੱਚ ਜਦੋਂ ਹੁੰਦੇ ਸੀ ਨਾ, ਅਸੀਂ ਖਾ ਪੀ ਕੇ ਨੱਠਣਾ, ਭੱਜਣਾ, ਦੌੜਨਾ ਹੈ ਨਾ, ਬਾਹਰ ਦੀਆਂ ਖੇਡਾਂ ਖੇਡਣੀਆਂ ਹੈ ਨਾ। ਬਟ ਅੱਜ ਦੇ ਸਮੇਂ ਮਾਪਿਆਂ ਦੀ ਇਹੀ ਪ੍ਰੋਬਲਮ ਰਹਿੰਦੀ ਹੈ ਕਿ ਬੱਚੇ ਖਾ ਪੀ ਕੇ ਬਸ ਉੱਥੇ ਹੀ ਲੰਮੇ ਪੈ ਜਾਂਦੇ ਨੇ, ਹੱਥਾਂ 'ਚ ਮੋਬਾਈਲ ਫੋਨ ਨੇ, ਗੇਮ ਖੇਡਦੇ ਨੇ। ਉਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ, ਡਿਸੀਜ਼ ਜਿਹੜੀਆਂ ਨੇ, ਬਿਮਾਰੀਆਂ ਨੇ, ਉਹ ਲੱਗ ਜਾਂਦੀਆਂ ਨੇ। ਸੋ ਬੱਚਿਆਂ ਵਿੱਚ ਸਭ ਤੋਂ ਪਹਿਲਾਂ ਤਾਂ ਜ਼ਿਆਦਾ ਬਿਮਾਰੀ ਆ ਰਹੀ ਹੈ ਮੋਟਾਪੇ ਦੀ। ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ ਬੱਚੇ। ਸੋ ਬੱਚਿਆਂ ਦੇ ਲਈ ਮੋਟਾਪੇ ਨੂੰ ਦੂਰ ਕਰਨ ਦੇ ਲਈ ਕਿਹੜਾ ਆਸਣ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ? ਬਹੁਤ ਅੱਛੀ ਗੱਲ ਹੈ ਕਮਲਪ੍ਰੀਤ ਜੀ। ਅਗਰ ਬਿਮਾਰੀ ਨੂੰ ਜੜ ਤੋਂ ਹੀ ਪਕੜ ਲਿਆ ਜਾਏ, ਹਾਂਜੀ, ਬਚਪਨ ਤੋਂ ਹੀ, ਅਗਰ ਸਾਰੇ ਸਰੋਤਾਂ ਨੂੰ ਮੈਂ ਨਿਵੇਦਨ ਕਰਾਂਗਾ ਵੀ ਬੱਚਿਆਂ ਨੂੰ ਹੀ ਸ਼ੁਰੂ ਕਰਾਤਾ ਜਾਏ ਤਾਂ ਬੱਚੇ ਕਦੀ ਆਪਣੇ 100 ਸਾਲ ਦੇ ਜੀਵਨ 'ਚ ਕਦੀ ਬਿਮਾਰ ਨਹੀਂ ਹੋਣਗੇ ਔਰ ਉਹਨਾਂ ਨੂੰ ਇਹਦਾ ਸ਼ੌਂਕ ਵੀ ਪੈ ਜਾਏਗਾ। ਅਗਰ ਛੋਟੇ ਬੱਚਿਆਂ ਨੂੰ ਅਸੀਂ ਲਗਾ ਦੇਾਂਗੇ ਤਾਂ ਮੈਂ ਗੁਲਾਟੀ ਜੀ ਨੂੰ ਕਹਾਂਗਾ ਵੀ ਆਪਾਂ ਇਹਦੀ ਸ਼ੁਰੂਆਤ ਬੱਚਿਆਂ ਲਈ ਤਾੜ ਆਸਨ ਤੋਂ ਖੜੇ ਹੋ ਕੇ ਕੱਦ ਕਿੱਦਾਂ ਲੰਬਾ ਕਰਨਾ ਹੈ, ਸਾਡਾ ਪੋਸਚਰ ਸਟਰਕਚਰ कैसे अच्छा रहे और कंसंट्रेशन कितना बने। तो ताड़ आसन असी दोने हाथ अपने धीरे धीरे सिर ते रख के फिर ऊपर नू असी अपने शरीर नू पूरा स्ट्रैच कर देना और यथाशक्ति अपना 20 तो 30 सैकंड लई इस पोस्चर च रुकना। अच्छा जी। श्वास भर के, ठीक है, मतलब पंजियां दे भार नू आपां खड़ना। हाँ जी, ठीक है। ਇਹਦੇ ਨਾਲ ਬੱਚਿਆਂ ਦਾ ਕੱਦ ਵੀ ਲੰਬਾ ਹੋਏਗਾ, ਕੰਸੰਟਰੇਸ਼ਨ ਲੈਵਲ बढ़ेगा ਔਰ ਸਾਡੀ ਬੈਕਬੋਨ ਔਰ ਮਸਲਸ ਵੀ ਮਜ਼ਬੂਤ ਹੋਣਗੇ। ਕੀ ਬਾਤ ਹੈ, ਇਹਦੇ ਬਹੁਤ ਫਾਇਦੇ ਨੇ ਨਾ। ਫਿਰ ਅਸੀਂ ਇਹਨੂੰ ਵ੍ਰਿਕਸ਼ ਆਸਨ ਵੀ ਕਰ ਸਕਦੇ ਹਾਂ ਕੰਸੰਟਰੇਸ਼ਨ ਲੈਵਲ बढ़ाਉਣ ਲਈ। ਅਸੀਂ ਸੱਜੀ ਲੱਤ, ਇੱਕ ਲੱਤ ਨੂੰ ਆਪਣੇ ਇਸ ਪੋਸਚਰ 'ਚ पूनम गुलाटी जी बहुत सुंदर पोस्चर बना के दिखा रहे ने, तो बच्चों लिए बहुत अच्छा आसन है। फिर इस तो इलावा ਅਸੀਂ कुछ लेट के बच्चों ਨੂੰ कद लंबा किस तरह करना है, तो बच्चों ਨੂੰ शौक ਹੁੰਦਾ है भी साडी ਅਸੀਂ लंबे होइए, साडा स्ट्रक्चर अच्छा होवे, फिजिकल बॉडी अच्छी होवे। बिल्कुल। ते ਉਹਦੇ ਲਈ ਇਹ ਸਾਰੇ पोस्चर जो पूनम गुलाटी जी ਸਾਨੂੰ दिखा रहे ने, ये बहुत सुंदर पोस्चर है और बच्चे इस ਨੂੰ बड़े शौक ਨਾਲ ਕਰਦੇ ਆ। ठीक है। और ਜਦੋਂ ਮੋਟਾਪਾ ਹੋ ਜਾਂਦਾ ਨਾ, ਹਾਈਟ ਵੀ ਕਿਤੇ ਨਾ ਕਿਤੇ ਰੁਕ ਜਾਂਦੀ ਹੈ। ਸੋ ਇਹ ਆਸਣ ਜਿਹੜੇ ਕਰਕੇ ਬੱਚੇ ਜਿਹੜੇ ਹੈਗੇ ਆਪਣੇ, ਬਾਕੀ ਬੱਚੇ ਜਿਹੜੇ ਆ ਦੰਡ ਆਸਨ, ਬੈਠਕਾਂ, ਠੀਕ ਹੈ, ਪੂਨਮ ਗੁਲਾਟੀ ਜੀ 2-4 ਬੈਠਕਾਂ ਲਗਾ ਕੇ ਦਿਖਾਣਗੇ ਬੱਚਿਆਂ ਨੂੰ ਵੀ ਕਿਸ ਤਰ੍ਹਾਂ ਸਾਨੂੰ ਬੈਠਕਾਂ ਲਗਾਉਣੀਆਂ ਚਾਹੀਦੀਆਂ, ਸਾਡੇ ਮਸਲਸ ਮਜ਼ਬੂਤ ਹੋਣਗੇ। ਇਸ ਤਰ੍ਹਾਂ ਅਸੀਂ ਬੈਠਕਾਂ ਲਗਾ ਸਕਦੇ ਹਾਂ। ਫਿਰ ਪੂਰਨ ਬੈਠਕ ਖੜੇ ਹੋ ਕੇ ਵੀ ਅਸੀਂ ਉੱਠਣਾ ਬੈਠਣਾ ਸਵਾਸਾਂ ਦੇ ਨਾਲ, ਪੂਰਨ ਵੀ ਇਸ ਤਰ੍ਹਾਂ ਵੀ ਅਸੀਂ बैठ कर लगा सकते हैं। और फिर असी लेट के डंड भी 1-2 डंड बैठक भी लगा सकते हैं। तो ये शरीर दे पोज जिहड़े आ, तो असी इस तरह अपने अगे पोस्चर नूं मिश्रित दंड, तो ये सारे शरीरिक गतिविधि साडी बहुत अच्छी हो जाती है। शरीर साडा स्टैमिना भी बढ़ जाता, मसल्स पावर भी बढ़ जाती है और बच्चे इनू बड़े शौक नाल करते हैं। बिल्कुल। जो मैं देख रही सी पूनम जी कर रहे सीगे, मतलब असी छोटे हुंदियां बैड ते या हो जाइए इदां दी छलांगा मारदे ही रहंदे हुंदे सी, ते ਉਹ ਸਾਨੂੰ ਪਤਾ ਨਹੀਂ ਹੁੰਦਾ ਸੀ ਕਿ ਇਹ ਯੋਗ ਆਸਨ ਸਾਡੀ ਸਿਹਤ ਲਈ ਕਿੰਨੇ ਜ਼ਿਆਦਾ ਲਾਭਦਾਇਕ ਨੇ, ਹੈ ਨਾ। ਪਰ ਅੱਜ ਦੇ ਸਮੇਂ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਯੋਗ ਆਸਨ ਕਰਨੇ ਪੈਣਗੇ ਤਾਂ ਹੀ ਤੁਹਾਡੇ ਸਰੀਰ ਦੀ ਜਿਹੜੀ ਹੈਗੀ ਆ ਉਹ ਗਰੋਥ ਹੋ ਸਕਦੀ ਆ, ਤੁਹਾਡੀ ਜਿਹੜੀ ਕੰਸੈਂਟਰੇਸ਼ਨ ਲੈਵਲ ਹੈਗਾ ਉਹ ਇਨਕਰੀਜ਼ ਹੋ ਸਕਦਾ ਆ, ਤੁਹਾਡੀ ਪਾਚਨ ਸ਼ਕਤੀ ਜਿਹੜੀ ਆ ਵਧੀਆ ਹੋ ਸਕਦੀ ਆ। ਸੋ ਕਈ ਵਾਰ ਬੱਚੇ ਹੁੰਦੇ ਦੇਖ ਕੇ ਕਰਨਾ ਸ਼ੁਰੂ ਕਰ ਦਿੰਦੇ ਨੇ, ਹੈ ਨਾ। ਤੇ ਫਿਰ ਉੱਥੇ ਕੀ ਲੱਗਦਾ ਹੈ ਕਿ ਬੱਚਿਆਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ, ਕਿਸੇ ਇੰਸਟ੍ਰਕਟਰ ਦੇ ਅੰਡਰ ਹੀ ਕਰਨਾ ਚਾਹੀਦਾ ਹੈ ਇਹ ਆਸਨ? देखिए खेल खेल में योग जो सिंपल चीज़ां है ਉਹਦੇ ਚ ਕੋਈ ਬਹੁਤ ਹੀ ਸਾਵਧਾਨੀ ਦੀ ਜ਼ਰੂਰਤ ਨਹੀਂ ਹੈ। ठीक है। हाँ, ये है भी खुली जगह करन, किधरे सट चोट लगन दा खतरा ना होए। तो बच्चे कोई ऐसी गल नहीं, हाँ किसी बच्चे नू कोई प्रॉब्लम है, शरीरिक प्रॉब्लम है या ਉਹਦੇ ਅੰਦਰੂਨੀ ਕੋਈ प्रॉब्लम है, ते फिर किसी दी गाइडेंस च करन। नहीं तो बच्चे खेलां खेलां दे विच
क्योंकि योगा कर्मसु कौशलम, कोई भी काम कीता होया कुशलतापूर्वक वो योग हुंदा है। तो बच्चे अपना कद लंबा करन लई सर्वांग आसन कर सकते आ, ठीक है, वो भी पूनम गुलाटी जी करके दिखा सकते ने। सर्वांग आसन और फिर हल आसन, ये दो आसन बच्चों लिए बहुत ही अच्छे आ। तो ये सर्वांग आसन ये ब्लड सर्कुलेशन नू बहुत अच्छा करता है और ये थायराइड दे प्रॉब्लम नू भी ठीक करता है। अच्छा जी, किसे बेटियां नू भैणां नू थायराइड दी समस्या ज्यादा हुंदी है महिलावां दे विच, तो ये आसन करन नाल थायराइड भी साडा कंट्रोल रहिंदा है। अच्छा, मतलब इनू आपां ਜਿਹੜੀਆਂ ਔਰਤਾਂ ਨੇ ਉਹ ਵੀ ਘਰ ਦੇ ਵਿੱਚ ਕਰ ਸਕਦੀਆਂ जी कर सकते हैं। ਇਹਦੇ ਲਈ ਕੋਈ ਬਹੁਤੀ जगह जरूरत नहीं ज्यादा, ठीक है। और कोशिश करिए ਅਸੀਂ खाली पेट करिए और इत्थों ही ਅਸੀਂ हल आसन भी पिछे ਅਸੀਂ लिजा के दोने हाथ साडे जमीन ते और देखिए कितना सुंदर पोस्चर बनाया है पूनम गुलाटी जी ने। तो ਇਹਦੇ ਨਾਲ ਸਾਡੀ बैकबोन मजबूत ਹੁੰਦੀ है, ਸਾਡਾ ब्लड सर्कुलेशन ठीक ਹੁੰਦਾ है, ਸਾਡੇ माइंड ਦੀ ਮੈਮਰੀ ਪਾਵਰ ਵੀ ਵੱਧਦੀ ਹੈ ਕਿਉਂਕਿ ਇਹ ਲੌਕ ਲੱਗ ਜਾਂਦਾ और जो ਸਾਡੀ ਊਰਜਾ ਮਾइंड ਦੇ ਵਿੱਚ ਅੰਡਰ ਕੰਟਰੋਲ ਹੋ ਜਾਂਦੀ ਹੈ। ਠੀਕ ਹੈ ਜੀ। ਪਰ ਕਈ ਵਾਰ ਐਦਾਂ ਵੀ ਹੁੰਦਾ ਹੈ ਸ਼ਿੰਗਾਰੀ ਸਾਹਿਬ ਕਿ ਇਦਾਂ ਦੇ ਜਦੋਂ ਅਸੀਂ ਆਸਣ ਕਰਦੇ ਆ ਨਾ ਪ੍ਰੋਬਲਮ ਆਣੀਆਂ ਸਾਨੂੰ ਸ਼ੁਰੂ ਹੋ ਜਾਂਦੀਆਂ ਨੇ, ਹੈ ਨਾ। ਜਿੱਦਾਂ ਲਾਈਕ ਅਸੀਂ ਕਹਿੰਦੇ ਆ ਕਿ ਪੂਰੀ ਪਿੱਠ ਆਪਾਂ ਲੱਤਾਂ ਚੱਕਣੀਆਂ ਨਾ, ਕਈ ਵਾਰ ਸਾਡਾ ਪ੍ਰੈਸ਼ਰ ਜਿਹੜਾ ਹੈਗਾ ਬਲੱਡ ਦਾ ਉਹ ਇਨਕਰੀਜ਼ ਵੀ ਹੁੰਦਾ ਹੈ ਤੇ ਕਈ ਵਾਰ ਅਸੀਂ ਘਬਰਾ ਜਾਂਦੇ ਹਾਂ ਕਿ ਸ਼ਾਇਦ ਆਸਣ ਕਰਨ ਦੇ ਨਾਲ ਸਾਨੂੰ ਇਹ ਪ੍ਰੋਬਲਮ ਆ ਗਈ ਹੈ, ਹੈ ਨਾ। ਥੋੜਾ ਜਿਹਾ ਇਹ ਦੱਸ ਦਿੱਤਾ ਜਾਵੇ ਸਾਡੇ ਦਰਸ਼ਕਾਂ ਨੂੰ ਕਿ ਇਦਾਂ ਦਾ ਜੇਕਰ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ। ਬਹੁਤ ਅੱਛੀ ਗੱਲ ਹੈ। ਪਹਿਲਾਂ ਸ਼ੁਰੂ 'ਚ ਅਸੀਂ ਆਪਣੇ ਸਿੰਪਲ और सरल आसन करने चाहिए, ठीक है, जिहदे नाल साडा शरीर धीरे धीरे अभ्यस्त होना शुरू हो जाए और साडी फ्लैक्सीबिलिटी वधनी शुरू हो जाए शरीर च, ठीक है, साडे जोड़ ठीक होने शुरू हो जान, साडा शरीर फ्लैक्सीबल होना शुरू हो जाए और धीरे धीरे फिर अपने किसी भी शरीर नाल असी जबरदस्ती नहीं करनी, ठीक है। कोई भी आसन असी जबरदस्ती नहीं करना, उन्होंने धीरे धीरे ही ਅਸੀਂ ਇੰਪਰੂਵ ਕਰਨਾ ਹੈ। ਜਿੰਨਾ ਹੁੰਦਾ ਉਨਾ ਕਿ ਅਸੀਂ ਸਰੀਰ ਨੂੰ ਮੋੜੀਏ। ਇਹ ਨਹੀਂ ਹੈ ਵੀ ਅਸੀਂ ਪਹਿਲੇ ਦਿਨ ਤੋਂ ਹੀ ਅਸੀਂ ਸ਼ੁਰੂ ਕਰ ਦਈਏ ਕੋਸ਼ਿਸ਼ ਔਰ ਕੁਝ ਨੁਕਸਾਨ ਕਰਵਾ ਲਈਏ। ਕਈ ਵਾਰ ਹੁੰਦਾ ਨਾ ਲਾਹਾ ਲੈਣਾ ਹੁੰਦਾ ਕਿ ਫਟਾਫਟ ਸਾਨੂੰ ਬਿਮਾਰੀ ਇਹ ਜਿਹੜੀ ਹੈਗੀ ਠੀਕ ਹੋ ਜਾਵੇ ਤਾਂ ਅਸੀਂ ਆਪਣੀ ਬਾਡੀ ਨੂੰ ਬਹੁਤ ਜ਼ਿਆਦਾ ਹੱਦੋਂ ਵੱਧ ਯੂਜ਼ ਕਰ ਲੈਂਦੇ ਆ, ਸੋ ਉਹ ਨਹੀਂ ਕਰਨਾ ਚਾਹੀਦਾ। ਨਹੀਂ, ਉਹ ਨਹੀਂ ਕਰਨਾ ਚਾਹੀਦਾ। ਔਰ ਯੋਗ ਦੇ ਵਿੱਚ ਮੈਂ ਇੱਕ ਕਹਾਂਗਾ ਵੀ ਧੀਰੇ ਧੀਰੇ ਰੇ ਮਨਾ ਧੀਰੇ ਸਭ ਕੁਝ ਹੋਏ, ਮਾਲੀ ਸਿੰਚੇ 100 ਗੜਾ ਰਿਤੂ ਆਏ ਫਲ ਹੋਏ। ਹਾਂ, ਸਾਨੂੰ ਹੌਲੀ ਹੌਲੀ ਸਟੈਪ ਬਾਈ स्टैप चलना चाहिए। ये कोई एक दिन की गल नहीं है, 2 दिन की गल नहीं, इनू अपने जीवन दे विच सानू उतारना चाहिए और लाइफ का पूरा एक इनू सिस्टम बनाना चाहिए भी असीं डेली योग करिए। तुसीं ना हौली हौली की गल कीती है ते हौली हौली तो मैनूं याद आ गया अज दे समय दे विच जिथे असीं जवानां दी जदों गल करदे आ ना, यंगस्टर की गल करदे आ, ਸਾਡੇ 'ਚ ਕਾਲਪਨ ਬਹੁਤ ਹੋ ਗਿਆ। ਫਟਾਫਟ ਹਰ ਚੀਜ਼ ਹੋ ਜਾਵੇ, ਮੈਂ ਇਹ ਕੰਮ ਕਰਨਾ, ਉਹ ਕਰਨਾ, ਮੈਂ ਇਹ ਵੀ ਕਰ ਲਵਾਂ, ਆ ਵੀ ਕਰ ਲਵਾਂ। ਕੀ ਯੋਗ ਆਸਣ ਸਾਨੂੰ ਕਾਲਪਨ ਤੋਂ ਛੁਟਕਾਰਾ ਪਾਉਂਦਾ ਹੈ? ਕਈ ਇੱਦਾਂ ਦੇ ਯੋਗ ਆਸਣ ਵੀ ਸਾਡੇ ਕੋਲ ਹੈਗੇ ਨੇ ਜਿਹਦੇ ਨਾਲ ਸਾਨੂੰ ਮਨ ਨੂੰ ਸ਼ਾਂਤੀ ਆਵੇ, ਧੈਰਤਾ ਆਵੇ, ਅਸੀਂ ਠਹਿਰੀਏ, ਠਰਮਾ ਹੋਵੇ ਸਾਡੇ ਸੁਭਾਅ ਦੇ ਵਿੱਚ। ਜੀ ਕਮਲਪ੍ਰੀਤ ਜੀ, ਬਹੁਤ ਅੱਛਾ ਸਵਾਲ ਹੈ। ਲੋਕ ਅਸੀਂ ਕਈ ਵਾਰ ਬਿਨਾਂ ਜਾਣਕਾਰੀ ਤੋਂ ਯੋਗ ਕਰਦੇ ਹਾਂ। ਯੋਗ ਨੂੰ ਪਹਿਲਾਂ ਸਾਨੂੰ ਥੋੜਾ ਜਾਣ ਲੈਣਾ ਚਾਹੀਦਾ ਹੈ ਔਰ ਰੋਗ ਦੇ ਮੁਤਾਬਕ ਯੋਗ ਕੀਤੇ ਜਾਣ और अपने आप ਨੂੰ ਪਹਿਚਾਨਦਿਆਂ। ਜਿਸ ਤਰ੍ਹਾਂ ਕੁਝ ਪ੍ਰਾਣਾਯਾਮ ਹੈ, 8 ਪ੍ਰਾਣਾਯਾਮ ਸੀਰੀਅਲ ਵਾਈਜ਼ ਅਗਰ ਕੀਤੇ ਜਾਣ ਤੇ ਸਾਡਾ ਮਨ ਬੜਾ ਸ਼ਾਂਤ ਔਰ ਭੀਤਰੀ ਸਾਰੇ ਆਰਗਨਸ ਠੀਕ, ਸਾਡੀ ਮੈਮਰੀ ਪਾਵਰ ਵੀ ਠੀਕ ਰਹੇਗੀ, ਸਾਡਾ ਸਾਈਨਸ ਦੇ ਰੋਗ ਸਾਰੇ ਠੀਕ ਰਹਿਣਗੇ, पेट ठीक रहेगा। तो अगर साਡਾ पेट ठीक है, माइंड ठीक है, मन अच्छा है ਤੇ ਸਾਨੂੰ ਰੋਗ ਜਲਦੀ ਨਹੀਂ ਆਣਗੇ। अच्छा, तो लेकिन मैं सारे दर्शकों ਨੂੰ ਇਹ ਕਹਾਂਗਾ ਵੀ ਅਸੀਂ ਆਪਣੇ ਯੋਗ ਨੂੰ ਧੀਰੇ ਧੀਰੇ ਵਧਾਣਾ ਹੈ। ਤੁਸੀਂ ਆਸਤੇ ਆਸਤੇ ਆਪਣੇ ਸਰੀਰ ਨੂੰ ਕੰਟਰੋਲ ਕਰਨਾ ਹੈ, ਇੱਕਦਮ ਨਹੀਂ, ਜਲਦਬਾਜ਼ੀ 'ਚ ਨਹੀਂ ਪੈਣਾ। ਠੀਕ ਹੈ, ਜਲਦੀ ਦਾ ਕੰਮ ਸ਼ੈਤਾਨ ਦਾ ਕੰਮ ਹੈ। ਠੀਕ ਹੈ ਨਾ ਜੀ, ਅਸੀਂ ਸ਼ੈਤਾਨ ਨਹੀਂ ਬਣਨਾ। ਹਾਂ, ਅਸੀਂ ਸ਼ੈਤਾਨ ਨਹੀਂ ਬਣਨਾ, ਅਸੀਂ ਹੌਲੀ ਹੌਲੀ ਆਪਣੇ ਜੀਵਨ ਨੂੰ ਚੈਨਲਾਈਜ਼ ਕਰਨਾ। ਬਿਲਕੁਲ, ਯੋਗ ਸਾਨੂੰ ਆਤਮਾ ਦੇ ਪਰਮਾਤਮਾ ਨੂੰ ਮਿਲਾਉਣ ਦਾ ਇੱਕ ਜ਼ਰੀਆ ਹੈ ਨਾ। ਤੇ ਆਤਮਾ ਸਾਡੀ ਸ਼ਾਂਤੀ ਦੇ ਵਿੱਚ ਰਹੇ, ਸਕੂਨ ਦੇ ਵਿੱਚ ਰਹੇ, ਕਿਹੜਾ ਆਸਣ ਕਰਨਾ ਚਾਹੀਦਾ ਹੈ? ਹਾਂ, ਦੇਖिए ਜਿਹੜਾ ਭਸਤ੍ਰਿਕਾ ਪ੍ਰਾਣਾਯਾਮ ਹੈ ਇਹਦੇ ਨਾਲ ਸਟਾਰਟ ਕਰਨੀ ਚਾਹੀਦੀ ਹੈ। ਠੀਕ ਹੈ। ਕੋਈ ਵੀ ਅਸੀਂ ਆਪਣੇ ਜਿਸ ਪਰਮਾਤਮਾ ਨੂੰ, ਜਿਸ ਨੂੰ ਮੰਨਦੇ ਆ, ਜਿਸ ਗੁਰੂ ਨੂੰ ਮੰਨਦੇ ਆ, ਜੋ ਪद्धति ਨੂੰ ਮੰਨਦੇ ਆ, ਅਸੀਂ ਉਸ ਪद्धति ਦਾ ਧਿਆਨ ਕਰਦਿਆਂ ਹੋਇਆਂ, ਉਹਦਾ ਨਾਮ ਲੈਂਦਿਆਂ ਹੋਇਆਂ, ਠੀਕ ਹੈ, ਪ੍ਰਾਣਾਯਾਮ ਜਿਹੜੇ ਆ ਉਹ ਅੱਖਾਂ ਬੰਦ ਕਰਕੇ ਔਰ ਖਾਲੀ ਪੇਟ ਦੇ ਵਿੱਚ
ਜਦੋਂ ਸਵੇਰੇ ਅਸੀਂ ਪੇਟ ਖਾਲੀ ਕਰ ਲਈਦਾ ਸ਼ੋਚ ਵਗੈਰਾ ਜਾਣ ਤੋਂ ਬਾਅਦ ਅਸੀਂ ਆਸਨ ਕਰੀਏ ਸ਼ੁੱਧ ਹਵਾ 'ਚ ਬੈਠ ਕੇ ਔਰ ਅੱਛੀ ਸੋਚ ਨਾਲ ਬੈਠੀਏ। ਅੱਛਾ। ਈਸ਼ਵਰ ਦਾ ਧਿਆਨ ਕਰਦਿਆਂ ਹੋਇਆਂ ਅੱਖਾਂ ਬੰਦ ਕਰਕੇ ਆਪਣੇ ਸਰੀਰ 'ਚ ਚਲੇ ਜਾਣਾ। ਅੱਛਾ। ਭਸਤ੍ਰਿਕਾ ਪ੍ਰਾਣਾਯਾਮ ਜੀ। ਕਪਾਲਭਾਤੀ ਬਹੁਤ ਅੱਛਾ ਹੈ ਪੇਟ ਦੇ ਰੋਗਾਂ ਲਈ, ਸਾਰੇ ਲੀਵਰ, ਕਿਡਨੀ, ਪ੍ਰੋਸਟੇਟ ਗਲੈਂਡ, ਪੈਨਕ੍ਰੀਆ, ਯੂਟਰਸ, ਛੋਟੀਆਂ ਆਂਤ, ਬੜੀਆਂ ਆਂਤ, ਇਹਨਾਂ ਨੂੰ ਠੀਕ ਕਰਨ ਲਈ ਕਪਾਲਭਾਤੀ ਬਹੁਤ ਅੱਛਾ ਪ੍ਰਾਣਾਯਾਮ ਹੈ। ਠੀਕ ਹੈ। ਔਰ ਫਿਰ ਅਸੀਂ ਉਜਈ ਪ੍ਰਾਣਾਯਾਮ ਗਲੇ ਦੇ ਲਈ, ਥਾਇਰਾਇਡ ਲਈ, ਟੌਨਸਲਸ ਲਈ, ਜਿਨ੍ਹਾਂ ਨੂੰ ਖਰਾਟਿਆਂ ਦੀ ਸ਼ਿਕਾਇਤ ਰਹਿੰਦੀ ਹੈ ਉਹਨਾਂ ਲਈ ਅਸੀਂ ਭਸਤ੍ਰਿਕਾ ਪ੍ਰਾਣਾਯਾਮ ਵੀ ਕਰ ਸਕਦੇ। ਉਜਈ ਪ੍ਰਾਣਾਯਾਮ ਅਸੀਂ ਕਰੀਏ ਬਹੁਤ ਅੱਛਾ ਰਹਿੰਦਾ ਹੈ। ਫਿਰ ਮਨ ਦੀ ਸ਼ਾਂਤੀ ਲਈ, ਐਂਜ਼ਾਈਟੀ, ਟੈਨਸ਼ਨ ਲਈ ਅਨੁਲੋਮ ਵਿਲੋਮ, ਠੀਕ ਹੈ, ਬ੍ਰਾਹਮਰੀ, ਉਦਗੀਤ ਔਰ ਪ੍ਰਣਵ ਪ੍ਰਾਣਾਯਾਮ। ਠੀਕ ਹੈ। ਇਹ ਬਹੁਤ ਸਿੰਪਲ ਔਰ 5-5 ਮਿੰਟ ਦੇ ਵਿੱਚ ਬਹੁਤ ਅੱਛੇ ਹੋ ਜਾਂਦੇ ਆ। ਇਹਦੇ ਨਾਲ ਸਾਡਾ ਮਨ ਸ਼ਾਂਤ ਰਹਿੰਦਾ ਹੈ, ਮੈਮਰੀ ਪਾਵਰ ਸਾਡੀ ਅੱਛੀ ਰਹਿੰਦੀ ਹੈ, ਅੱਖਾਂ, ਨੱਕ, ਕੰਨ, ਗਲਾ, ਇਹ ਸਾਰਾ ਕੁਝ ਸਾਡਾ ਠੀਕ ਰਹਿੰਦਾ। ਠੀਕ ਹੈ। ਜਿਨੇ ਵੀ ਤੁਸੀਂ ਆਸਨ ਦੱਸੇ ਹੋਏ ਨੇ ਅਸੀਂ ਚਾਹੁੰਦੇ ਹਾਂ ਕਿ ਪੂਨਮ ਜੀ ਸਾਨੂੰ ਉਹ ਕਰਕੇ ਦਿਖਾਣ ਤਾਂ ਕਿ ਜਿਹੜੇ ਸਾਡੇ ਘਰ ਬੈਠੇ ਦਰਸ਼ਕ ਨੇ ਉਹ ਵੀ ਇਸ ਦਾ ਲਾਹਾ ਲੈ ਸਕਣ। ਸੋ ਹੁਣ ਪੂਨਮ ਜੀ ਨੇ ਪਹਿਲਾਂ ਸਾਨੂੰ ਭਸਤ੍ਰਿਕਾ ਕਰਕੇ ਦਿਖਾਇਆ ਸੀ, ਸਵਾਸ ਲੈਣੇ, ਡੀਪ ਬਰੀਥਿੰਗ ਕਰਨੀ, ਲੰਬੇ ਸਾਹ ਲੈਣੇ, ਲੰਬੇ ਸਾਹ ਛੱਡਣੇ। ਹੁਣ ਪੂਨਮ ਜੀ ਕਪਾਲਭਾਤੀ ਕਰ ਰਹੇ ਨੇ। ਸਵਾਸਾਂ ਨੂੰ ਅਸੀਂ ਨੱਕ ਰਾਹੀਂ ਬਾਹਰ ਸੁੱਟਣਾ ਤੇ ਪੇਟ ਅੰਦਰ ਜਾਏਗਾ। ਵੈਕਿਊਮ ਕ੍ਰੀਏਟ ਕਰਨਾ ਅਸੀਂ ਆਪਣੀ ਬਾਡੀ ਦੇ ਅੰਦਰ, ਉਹ ਪੂਨਮ ਜੀ ਬਹੁਤ ਅੱਛੇ ਤਰੀਕੇ ਨਾਲ ਕਰ ਰਹੇ ਆ। ਚਿਹਰੇ ਤੇ ਮੁਸਕਰਾਹਟ ਰਹੇ, ਕਮਰ ਸਿੱਧੀ ਰਹਿਣੀ ਚਾਹੀਦੀ ਹੈ। ਔਰ ਇਹਨਾਂ ਨੂੰ ਮੈਂ ਇਹ ਕਹਾਂਗਾ ਵੀ ਸਾਡੀਆਂ ਮਾਤਾਵਾਂ, ਭੈਣਾਂ, ਬੇਟੀਆਂ ਮਾਸਿਕ ਧਰਮ ਦੇ ਵਿੱਚ ਪੀਰੀਅਡਸ ਦੇ ਦਿਨਾਂ 'ਚ ਇਹ ਵਰਜਿਤ ਹੈ ਔਰ ਪ੍ਰੈਗਨੈਂਸੀ ਦੇ ਵਿੱਚ ਵਰਜਿਤ ਹੈ। ਠੀਕ ਹੈ। ਬਾਕੀ ਸਭੇ ਦਿਨਾਂ ਦੇ ਵਿੱਚ ਅਸੀਂ ਰੋਜ਼ ਕਰਨਾ ਹੈ। ਇਹ ਕਪਾਲਭਾਤੀ ਸਾਡੇ ਪਾਚਨ ਕਿਰਿਆ ਨੂੰ ਸੁਦ੍ਰਿੜ ਕਰਦਾ ਹੈ ਔਰ ਸਾਡੇ ਲੀਵਰ, ਕਿਡਨੀ, ਪੈਨਕ੍ਰੀਆਸ ਨੂੰ ਐਕਟੀਵੇਟ ਕਰਕੇ ਸਾਨੂੰ ਬਹੁਤ ਸਾਰੇ ਰੋਗਾਂ ਤੋਂ ਬਚਾਉਂਦਾ ਹੈ ਔਰ ਜਠਰਾ ਅਗਨੀ ਨੂੰ ਮਜ਼ਬੂਤ ਕਰਦਾ। ਠੀਕ ਹੈ। ਜਿਹਦੇ ਨਾਲ ਸਪਤ ਧਾਤੂਆਂ ਬਣਦੀਆਂ। ਠੀਕ ਹੈ। ਮਨ ਦੀ ਸ਼ਾਂਤੀ ਲਈ ਤੁਸੀਂ ਕਿਹਾ ਸੀਗਾ ਕਿ ਉਹ ਜਿਹੜੇ ਆਸਣ ਹੈ ਉਹ ਵੀ ਪੂਨਮ ਜੀ ਕਰਕੇ ਪੂਨਮ ਗੁਲਾਟੀ ਜੀ ਨੂੰ ਕਹਾਂਗਾ ਮਨ ਦੀ ਸ਼ਾਂਤੀ ਲਈ ਉਹ ਅਨੁਲੋਮ ਵਿਲੋਮ ਦਾ ਇੱਕ ਅਭਿਆਸ, ਸੱਜੇ ਹੱਥ ਦੇ ਅੰਗੂਠੇ ਨਾਲ ਸੱਜੀ ਨਾਸਿਕਾ ਬੰਦ ਕੀਤੀ ਔਰ ਖੱਬੇ ਬੰਨਿਓ ਧੀਰੇ ਧੀਰੇ ਸਾਹ ਭਰਿਆ। ਫਿਰ ਧੀਰੇ ਧੀਰੇ ਮਿਡਲ ਫਿੰਗਰ ਦੇ ਨਾਲ ਖੱਬੀ ਨੱਕ ਬੰਦ ਕਰਕੇ ਦੂਸਰੇ ਬੰਨਿਓ ਸਾਹ ਛੱਡ ਦੇਣਾ। ਫਿਰ ਇਸੇ ਤਰ੍ਹਾਂ ਸਾਹ ਭਰ ਕੇ ਅੰਗੂਠੇ ਦੇ ਨਾਲ ਸੱਜੀ ਨੱਕ ਬੰਦ ਕਰ ਲਈ ਔਰ ਖੱਬੇ ਬੰਨਿਓ ਸਾਹ ਛੱਡ ਦਿੱਤਾ। ਜਿੱਧਰੋਂ ਛੱਡਣਾ ਫਿਰ ਉਸੇ ਤਰਫ ਤੋਂ ਹੀ ਭਰ ਲੈਣਾ। ਠੀਕ ਹੈ। ਇਹ ਸਾਡੇ ਬੀਪੀ ਨੂੰ ਵੀ ਕੰਟਰੋਲ ਕਰਦਾ ਹੈ, ਸਾਡੀ ਮੈਮਰੀ ਪਾਵਰ ਨੂੰ, ਨਾਭੀ ਤੋਂ ਉੱਪਰ ਦੇ ਸਾਰੇ ਰੋਗਾਂ ਨੂੰ ਠੀਕ ਕਰਨ 'ਚ ਇਹ ਬਹੁਤ ਮਹੱਤਵਪੂਰਨ ਪ੍ਰਾਣਾਯਾਮ ਹੈ। ਠੀਕ ਹੈ। ਜਿੱਦਾਂ ਰੋਟੀ ਨਹੀਂ ਪਚਦੀ, ਕਈ ਵਾਰ ਗੈਸ ਦੀ ਪ੍ਰੋਬਲਮ ਹੋ ਜਾਂਦੀ ਹੈ, ਐਸਿਡਿਟੀ ਦੀ ਪ੍ਰੋਬਲਮ ਹੋ ਜਾਂਦੀ ਹੈ, ਕਿ ਉਹਦੇ ਲਈ ਆਸਨ ਵਧੀਆ ਹੈ ਇਹ? ਕਪਾਲਭਾਤੀ ਔਰ ਅਨੁਲੋਮ ਵਿਲੋਮ ਬਹੁਤ ਅੱਛੇ ਆਸਨ ਹੈ। ਠੀਕ ਹੈ। ਇਹਦੇ ਵਿੱਚ ਅਸੀਂ ਇੱਕ ਹੋਰ ਆਸਨ ਦੱਸੀਦਾ ਜਿਹੜਾ ਬਾਹਯ ਔਰ ਅਗਨੀਸਾਰ ਹੈ। ਮੈਂ ਪੂਨਮ ਗੁਲਾਟੀ ਜੀ ਨੂੰ ਕਹਾਂਗੇ ਵੀ ਤੁਸੀਂ ਜਿਸ ਤਰ੍ਹਾਂ ਕਮਲਪ੍ਰੀਤ ਜੀ ਨੇ ਸਵਾਲ ਕੀਤਾ ਵੀ ਪਾਚਨ ਕਿਰਿਆ ਨੂੰ ਸੁਦ੍ਰਿੜ ਕਰਨ ਲਈ, पूनम गुलाटी जी आप बाह्य प्राणायाम एक बार करके दिखाएंगे। श्वास भरना और फिर श्वास पूरा बाहर निकालते हुए अपनी ठोडी नू कंठकूप दे नाल लगा देना। ठीक है। और पेट नू अंदर खिंच लेना, मूल बंद, उड़ान बंद और जलंधर बंद लगा के यथाशक्ति श्वासां नू बाहर रोक के बैठना। ठीक है। लेकिन मैं ये कहूंगा भी जिन्हां नू हार्ट की समस्या है या बीपी की समस्या है वो साह रोकने वाले प्राणायाम शुरू च ना करन जब तक उन्हां दी समस्या ठीक नहीं हो जांदियां। ठीक है। तो इन्हां नू साह बाहर रोक के अपने त्रि बंद लगांदे आ। इहदे च असीं मूल बंद, उड़ान बंद और जलंधर बंद। अच्छा जी। हाँ जी, ये अपने शरीर की एनर्जी नू असीं लॉक कर दिंदे आ 3 भागां च। तो ਉਹਦੇ ਨਾਲ ਸਾਡੇ शरीर की पाचन क्रिया या जठरा अग्नि इस आसन नाल बहुत मजबूत हुंदी है और साडे मूत्र रोगां दे उत्ते भी ये बहुत प्रभावशाली है। पेट दे रोगां ते मूत्र रोगां ते पाचन क्रिया। क्या बात है, सच्ची गल है। करो योग भजाओ रोग, है ना। सो किन्ने रोगां दी जिहड़ी हैगी ओह खात्मा कर दिंदा है साडा योग, है ना। पर गल ये हुंदी है कि जेकर शुरुआती दे विच सानू थोड़ी जी दिक्कत आवे, कई बार बैठण च दिक्कत आ जांदी है, कई बार करन च आ जांदी है, जिवें तुसीं हुणे दस्सिया कि अपनी जिहड़ी ठोडी है ओह तुसीं अपने कंठ दे नाल लगाणी, कई बार लगाण च प्रॉब्लम आ जांदी है। पर हौली हौली जदों आपां करना शुरू कर दांगे, एक
ना एक दिन ਤਾਂ ਆਪਾਂ ਉਹ ਸਹੀ ਯੋਗ ਆਸਣ 'ਚ ਬੈਠਾਂਗੇ ਜ਼ਰੂਰ, ਬਿਲਕੁਲ ਹੈ ਨਾ। ਬੈਠਾਂਗੇ ਹਾਰਟ ਅਟੈਕ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ, ਤੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ, ਅੱਗੇ ਹੁੰਦਾ ਸੀ ਸੁਣਨ ਦੇ ਵਿੱਚ ਆਉਂਦਾ ਸੀ ਕੋਈ ਬਜ਼ੁਰਗ ਬੰਦਾ ਹੁੰਦਾ ਸੀ ਤੇ ਉਹਨੂੰ ਹਾਰਟ ਅਟੈਕ ਦੀ ਪ੍ਰੋਬਲਮ ਹੁੰਦੀ ਸੀ। ਅੱਜ ਅਸੀਂ ਦੇਖਦੇ ਹਾਂ ਮਿੰਟਾਂ ਦੇ ਵਿੱਚ ਬੱਚਾ ਸਵੇਰੇ ਠੀਕ ਹੁੰਦਾ ਹੈ ਤੇ ਆਪਾਂ ਦੁਪਹਿਰੇ ਕਹਿ ਦਿੰਦੇ ਹਾਂ ਸਾਇਲੈਂਟ ਅਟੈਕ ਆ ਗਿਆ, ਹੈ ਨਾ। ਸੋ ਯੰਗਸਟਰ ਨੂੰ ਵੀ ਇਹ ਪ੍ਰੋਬਲਮ ਹੋ ਰਹੀ ਹੈ ਨਾ। ਸੋ ਇਹ ਤੋਂ ਬਚਣ ਦੇ ਲਈ ਕਿਹੜੇ ਯੋਗ ਆਸਣ ਨੇ, ਜਾਂ ਕਿਸੇ ਬੰਦੇ ਨੂੰ ਹਾਰਟ ਅਟੈਕ ਆ ਜਾਂਦਾ ਹੈਗਾ ਆ ਤਾਂ ਉਸ ਤੋਂ ਬਾਅਦ ਉਹ ਕਿਹੜੇ ਆਸਣ ਕਰ ਸਕਦਾ ਹੈ ਤਾਂ ਕਿ ਉਹਨੂੰ ਦੁਬਾਰਾ ਤੋਂ ਹਾਰਟ ਅਟੈਕ ਨਾ ਆਵੇ? ਬਹੁਤ ਅੱਛੀ ਗੱਲ ਹੈ ਜੀ ਕਮਲਪ੍ਰੀਤ ਜੀ। ਜਿਸ ਤਰ੍ਹਾਂ ਮੈਂ ਹੁਣੇ ਦੱਸਿਆ ਵੀ ਸਾਡਾ ਇਹ ਅਨੁਲੋਮ ਵਿਲੋਮ, ਭ੍ਰਾਮਰੀ, ਉਦਗੀਤ, ਇਹ ਸਾਡੇ ਹਾਰਟ ਲਈ ਬਹੁਤ ਅੱਛੇ ਪ੍ਰਾਣਾਯਾਮ ਹੈ। ਠੀਕ ਹੈ। ਔਰ ਨਾਲ ਨਾਲ ਮੈਂ ਸਾਰਿਆਂ ਦਰਸ਼ਕਾਂ ਨੂੰ ਇਹ ਵੀ ਕਹਾਂਗਾ ਵੀ ਉਹ ਯੋਗ ਦੇ ਨਾਲ ਨਾਲ ਆਪਣੇ ਖਾਣ ਪਾਨ ਨੂੰ ਵੀ ਥੋੜਾ ਠੀਕ ਰੱਖਣ। ਬਿਲਕੁਲ ਸਹੀ ਹੈ। ਲਿਕਵਿਡ ਮਾਤਰਾ ਜ਼ਿਆਦਾ ਰੱਖਣ ਔਰ ਭੋਜਨ ਆਪਣੇ ਜ਼ਰੂਰਤ ਮੁਤਾਬਕ ਹੀ ਲੈਣ, ਕਦੀ ਪੇਟ ਭਰ ਕੇ ਨਾ ਖਾਣ ਔਰ ਆਪਣਾ ਕਬਜ਼ ਵਗੈਰਾ ਨਹੀਂ ਹੋਣ ਦੇਣੀ ਚਾਹੀਦੀ। ਔਰ ਸਾਡਾ ਖੂਨ ਜਿਹੜਾ ਬਲੱਡ ਠੀਕ ਰਵੇ ਉਹਦੇ ਲਈ ਸਾਨੂੰ ਪਾਣੀ ਜ਼ਿਆਦਾ ਲੈਣਾ ਚਾਹੀਦਾ, ਲਿਕਵਿਡ ਜ਼ਿਆਦਾ ਲੈਣਾ ਚਾਹੀਦਾ। ਔਰ ਹੁਣ ਇਹਦੇ ਚ ਹਾਰਟ ਅਟੈਕ ਤੋਂ ਬਚਣ ਲਈ ਕਿਹੜਾ ਪ੍ਰਾਣਾਯਾਮ ਅੱਛਾ ਹੈ, ਉਹ ਅਨੁਲੋਮ ਵਿਲੋਮ ਇਹਦੇ ਚ ਜਿਹੜਾ ਅਸੀਂ ਆਪਣੇ ਨਾਸਿਕਾ ਦੇ ਨਾਲ ਸਵਾਸਾਂ ਲਈ। ਔਰ ਜਿਨ੍ਹਾਂ ਨੂੰ ਹਾਈ ਬੀਪੀ ਰਹਿੰਦਾ ਉਹ ਆਪਣੀ ਚੰਦਰ ਨਾੜੀ, ਸਾਡੀ ਜਿਹੜੀ ਖੱਬੀ ਨੱਕ ਨਾਸਿਕਾ ਹੈ, ਇਹ ਚੰਦਰ ਨਾੜੀ ਠੰਡੀ ਨਾੜੀ ਹੈ। ਠੀਕ ਹੈ। ਤੇ ਸਾਨੂੰ ਖੱਬੇ ਬੰਨਿਓ ਸਾਹ ਭਰਨਾ ਤੇ ਸੱਜਿਓਂ ਛੱਡਣਾ, ਸੱਜਿਓਂ ਫਿਰ ਭਰਨਾ ਨਹੀਂ। ਜਿਨ੍ਹਾਂ ਨੂੰ ਹਾਈ ਬੀਪੀ ਰਹਿੰਦਾ ਉਹ ਅਨੁਲੋਮ ਵਿਲੋਮ ਇਸ ਤਰੀਕੇ ਨਾਲ ਕਰਨ, ਖੱਬਿਓਂ ਸਾਹ ਭਰਨ, ਸੱਜਿਓਂ ਛੱਡਣ, ਫਿਰ ਖੱਬਿਓਂ ਭਰਨ, ਸੱਜਿਓਂ ਛੱਡਣ। ਠੀਕ ਹੈ। ਉਹਨਾਂ ਦਾ ਬੀਪੀ ਕੰਟਰੋਲ ਆਏਗਾ। ਠੀਕ ਹੈ। ਹਾਈ ਬੀਪੀ ਵਾਲਿਆਂ ਲਈ, ਹਾਈ ਬੀਪੀ ਵਾਲਿਆਂ ਲਈ। ਠੀਕ ਹੈ। ਬਾਕੀਆਂ ਸਾਰਿਆਂ ਲਈ ਨਾਰਮਲ ਕਰ ਸਕਦੇ ਹੋ। ਔਰ ਜਿਨ੍ਹਾਂ ਦਾ ਬੀਪੀ ਨਾਰਮਲ ਰਹਿੰਦਾ ਉਹ ਦੋਨੇ ਤਰਫ ਤੋਂ ਰੈਗੂਲਰ ਅਸੀਂ ਅਨੁਲੋਮ ਵਿਲੋਮ ਕਰ ਸਕਦੇ ਹਾਂ। ਠੀਕ ਹੈ। ਔਰ ਹਾਰਟ ਲਈ ਇਹ ਬਹੁਤ ਹੀ ਅੱਛਾ ਸਾਧਨ ਹੈ, ਹਾਰਟ ਨੂੰ ਠੀਕ ਮਜ਼ਬੂਤ ਕਰਨ ਲਈ। ਓਕੇ ਜੀ। ਠੀਕ ਹੈ। ਸੋ ਇਹਦੀ ਪ੍ਰੈਕਟਿਸ ਸਾਨੂੰ ਕਿੰਨੀ ਦੇਰ ਤੱਕ ਕਰਨੀ ਚਾਹੀਦੀ ਹੈ? ਇਹਦਾ ਚ ਕਮਲਪ੍ਰੀਤ ਜੀ ਕੋਈ ਲਿਮਿਟ ਨਹੀਂ ਹੈ। ਅੱਛਾ ਜੀ। ਤੁਸੀਂ ਧੀਰੇ ਧੀਰੇ 5 ਮਿੰਟ, 10 ਮਿੰਟ, 15 ਮਿੰਟ। ਔਰ ਜਿਨ੍ਹਾਂ ਨੂੰ ਜ਼ਿਆਦਾ ਰੋਗ ਹੈ, ਬਹੁਤ ਜਿਨ੍ਹਾਂ ਨੂੰ ਹਾਰਟ ਦੇ ਵਿੱਚ ਬਹੁਤ ਬਲੌਕੇਜ ਹੈ, ਉਹ ਇਹਨੂੰ ਘੰਟੋਂ ਦਾ ਅਭਿਆਸ ਕਰ ਸਕਦੇ ਆ। ਠੀਕ ਹੈ। ਔਰ ਇਹਨੂੰ ਜ਼ਰੂਰੀ ਨਹੀਂ ਅਸੀਂ ਕਿਸੇ ਵੀ ਆਸਨ 'ਚ ਬੈਠ ਕੇ ਕਰੀਏ, ਇਹਨੂੰ ਅਸੀਂ ਕੁਰਸੀ ਤੇ ਬੈਠੇ ਬੈਠੇ, ਟ੍ਰੇਨ 'ਚ। ਔਰ ਹਾਂ, ਬੜਾ ਅੱਛਾ ਯਾਦ ਮੈਨੂੰ ਆਇਆ ਵੀ ਇਹ ਭੋਜਨ ਲੈਣ ਤੋਂ ਅੱਧੇ ਪੌਣੇ ਘੰਟੇ ਬਾਅਦ ਕਰ ਸਕਦੇ ਹਾਂ। ਹਾਂ ਠੀਕ ਹੈ। ਮੈਂ ਵੀ ਪੁੱਛਣੀ ਲੱਗੀ ਸੀ ਕਿ ਜਿਹੜਾ ਕਪਾਲਭਾਤੀ ਹੈ ਉਹ ਅਸੀਂ 4 ਜਾਂ 5, ਅਗਰ ਸ਼ਾਮ ਨੂੰ ਕੋਈ ਭੈਣ ਬੇਟੀ ਕਰਦੀ ਹੈ, ਭਰਾ ਕਰਦਾ ਹੈ, ਤੇ ਉਹਨੂੰ 4 ਤੋਂ 5-6 ਘੰਟੇ ਬਾਅਦ ਕਰਨਾ ਚਾਹੀਦਾ ਕਪਾਲਭਾਤੀ ਜਾਂ ਬਾਹੀ ਅਗਨੀਸਾਰ। ਲੇਕਿਨ ਜਿਹੜਾ ਅਨੁਲੋਮ ਵਿਲੋਮ ਹੈ ਇਹ ਅਸੀਂ ਭੋਜਨ ਖਾਣ ਤੋਂ ਅੱਧਾ ਪੌਣਾ ਘੰਟਾ ਬਾਅਦ ਹੀ ਕਰ ਸਕਦੇ, ਧੀਰੇ ਧੀਰੇ ਕਰ ਸਕਦੇ। ਠੀਕ ਹੈ। ਕਰ ਜਿਹੜੇ ਮਰਜ਼ੀ ਸਮੇਂ ਲਈਏ, ਦੁਪਹਿਰ ਦੇ ਸਮੇਂ, ਕਿਸੇ ਸਮੇਂ ਵੀ ਇਹਨੂੰ ਕਰਾਂਗੇ, ਪਰ ਰੋਟੀ ਖਾਣ ਤੋਂ ਅੱਧਾ ਪੌਣਾ ਘੰਟਾ ਬਾਅਦ, ਜਦੋਂ ਖਾਣਾ ਥੋੜਾ ਡਾਈਜੈਸਟ ਹੋ ਜਾਏ। ਔਰ ਇੱਕ ਚੀਜ਼ ਹੋਰ ਕਵਾਂਗਾ ਵੀ ਯੋਗ ਕਰਨ ਤੋਂ ਪਹਿਲਾਂ ਸਾਨੂੰ ਥੋੜਾ ਜਿਹਾ ਜਲ ਸਵੇਰ ਉੱਠ ਕੇ ਜਾਂ ਜਦੋਂ ਯੋਗ ਕਰਨ ਤੋਂ ਅੱਧਾ ਘੰਟਾ ਪਹਿਲਾਂ ਜਲ ਜ਼ਰੂਰ ਪੀ ਲੈਣਾ ਚਾਹੀਦਾ, ਤਾਂ ਕਿ ਡੀਹਾਈਡਰੇਸ਼ਨ ਨਾ ਹੋਵੇ। ਗਰਮੀ ਦੇ ਵਿੱਚ ਸਾਡਾ ਬਲੱਡ ਗਾੜਾ ਨਾ ਹੋਵੇ, ਪਾਣੀ ਸੁੱਕੇ ਨਾ ਸਰੀਰ ਦਾ। ਤੋਂ ਥੋੜਾ ਅੱਧਾ ਗਲਾਸ ਪਾਣੀ ਪੀ ਕੇ ਅਸੀਂ ਯੋਗ ਕਰੀਏ, ਬੈਟਰ ਹੈ ਜੀ। ਔਰ ਜਿਵੇਂ ਅਸੀਂ ਅੱਜ ਯੋਗ ਦੀਆਂ ਗੱਲਾਂ ਕਰ ਰਹੇ ਹਾਂ ਔਰ ਅੰਤਰਰਾਸ਼ਟਰੀ ਯੋਗ ਦਿਵਸ ਅਸੀਂ ਸਾਰੇ ਜਾਣੇ ਮਨਾ ਰਹੇ ਹਾਂ, ਔਰ ਇਹ ਯੋਗ ਦੀ ਮਹੱਤਤਾ ਔਰ ਇਹ ਯੋਗ ਦੀ ਜਿਹੜੀ ਪ੍ਰਕਿਰਿਆਵਾਂ ਤੁਹਾਨੂੰ ਅੱਜ ਕਰਾ ਕੇ ਦਿਖਾਈਆਂ ਨੇ ਔਰ ਸਾਵਧਾਨੀਆਂ ਬਾਰੇ ਵੀ ਦੱਸਿਆ ਹੈ। ਜਾਂਦੇ ਜਾਂਦੇ ਹੋਏ ਇੱਕ ਨਿੱਕਾ ਜਿਹਾ ਸਵਾਲ ਕਿ ਇਹ ਜਿਹੜੇ ਸਾਰੇ ਯੋਗ ਆਸਣ ਅਸੀਂ ਕਰਦੇ ਹਾਂ, ਕਿੰਨੇ ਸਮੇਂ ਤੱਕ ਸਾਨੂੰ ਇਹਨਾਂ ਦਾ ਜਿਹੜਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਹੈ, ਕਿੰਨੇ ਦਿਨਾਂ ਤੱਕ? ਕਮਲਪ੍ਰੀਤ ਜੀ, ਅਸੀਂ ਯੋਗ ਸ਼ੁਰੂ ਕੀਤਾ, ਤੁਰੰਤ ਰਿਜ਼ਲਟ। ਅੱਛਾ ਜੀ। ਜੀ, ਇਹ ਕੋਈ ਸਾਨੂੰ ਵੇਟ ਨਹੀਂ ਕਰਨੀ ਪੈਂਦੀ। ਹਾਂ, ਪਹਿਲਾਂ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ, ਸਾਡੀ ਪਹਿਲੀ ਸ਼ੁਰੂਆਤ ਤੇ ਸਿੱਖਣ ਤੋਂ ਹੁੰਦੀ ਹੈ ਜੀ। ਤੋਂ ਜਦੋਂ ਅਸੀਂ ਸਿੱਖ ਕੇ ਅਸੀਂ ਅਭਿਆਸ ਨੂੰ ਥੋੜਾ ਥੋੜਾ ਬਣਾਉਂਦੇ ਆ ਜੀ, ਤੇ ਨਾਲ ਹੀ ਸਾਡੇ ਸਰੀਰ ਦੇ ਉੱਤੇ ਇਹਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਰੰਤ ਕੀਤਾ ਤੁਰੰਤ ਅਸਰ ਹੋ ਜਾਂਦਾ ਹੈ। ਕੀ ਬਾਤ ਹੈ। ਦੇਖੋ, ਤੁਰੰਤ ਕੀਤਾ ਤੁਰੰਤ ਅਸਰ ਹੋ ਗਿਆ ਤੇ ਯੋਗ ਅੱਜ ਅਸੀਂ ਕਰਕੇ ਦਿਖਾਇਆ। ਔਰ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਸ਼੍ਰੀ ਰਜਿੰਦਰ ਸ਼ਿੰਗਾਰੀ, ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਬਹੁਤ ਵਿਸ਼ੇਸ਼ ਜਾਣਕਾਰੀ ਦਿੱਤੀ, ਤੁਹਾਡਾ ਧੰਨਵਾਦ। ਪੂਨਮ ਗੁਲਾਟੀ ਜੀ ਸਾਡੇ ਨਾਲ ਸੀ, ਉਹਨਾਂ ਦਾ ਵੀ ਧੰਨਵਾਦ। ਤੇ ਪਿਆਰੇ ਦਰਸ਼ਕੋ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਧੰਨਵਾਦ।
बैठका मारो कुड़ियो अपना रूप शिंगारो मुंडियो डंड बैठका मारो कुड़ियो अपना रूप शिंगारो सिर तो सुस्ती परा उतारो थोनू की मजबूरी है पल की मजबूरी है बाकी दे कम बाच पहला बाकी दे कम बाच पहला सेहत जरूरी है बाकी दे कम बाच पहला हेल्थ जरूरी है